ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੋ ਜਾਣੈ ਤਿਸ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ। ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਧਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਆਓ, ਜਨ ਕੈ ਸੰਗ ਚਿਤ ਆਵੈ ਨਾਉ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੀ ਸਾਜੀ ਨਵਾਜੀ ਸਾਧ ਸੰਗਤ ਜੀ, ਅਦਬ ਸਹਿਤ ਗੁਰਫਤਿਹ ਦੀ ਸਾਂਝ ਪਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੂਰਨ ਬ੍ਰਹਮ ਗਿਆਨੀ ਰਾਜੇ ਜੋਗੀ ਧੰਨ ਧੰਨ ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ ਮਹਾਂਪੁਰਖ, ਜਿਨ੍ਹਾਂ ਦੇ ਪਵਿੱਤਰ ਜੀਵਨ ਦੀ ਵਿਚਾਰ ਆਪ ਜੀ ਸਰਵਣ ਕਰਦੇ ਆ ਰਹੇ ਹੋ। ਮਹਾਂਪੁਰਖਾਂ ਦੇ ਜੋ ਪਵਿੱਤਰ ਜੀਵਨ ਹੁੰਦੇ ਨੇ, ਗੁਰਬਾਣੀ ਦਾ ਫਰਮਾਨ ਹੈ, ਕਥੜੀਆਂ ਸੰਤਾਹਾਂ ਤੇ ਸੁਖਾਊ ਪੰਧੀਆਂ, ਲੱਭੜੀਆਂ ਤਿਨਾਂ ਜਿਨ੍ਹਾਂ ਭਾਗ ਮਥਾਹੜੇ। ਮਹਾਂਪੁਰਖਾਂ ਦੇ ਜੀਵਨ ਦੀਆਂ ਕਥਾ ਕਹਾਣੀਆਂ ਜਿਗਿਆਸੂ ਜਨਾਂ ਵਾਸਤੇ ਰੂਹਾਨੀਅਤ ਦੇ ਮਾਰਗ ਦੇ ਵਿੱਚ ਬਹੁਤ ਸਹਾਇਕ ਹੁੰਦੀਆਂ ਹਨ। ਪਰ ਇਹ ਮਹਾਂਪੁਰਖਾਂ ਦੇ ਜੀਵਨ ਸਰਵਣ ਕਰਨ ਦਾ, ਜੀਵਨ ਪੜ੍ਹਨ ਦਾ, ਸੁਣਨ ਦਾ ਸੁਭਾਗ ਸਮਾਂ ਹਰ ਇੱਕ ਨੂੰ ਪ੍ਰਾਪਤ ਨਹੀਂ ਹੁੰਦਾ। ਜਿਨ੍ਹਾਂ ਤੇ ਮਹਾਰਾਜ ਤਰਸ ਕਰਦੇ ਨੇ, ਕਿਰਪਾ ਕਰਦੇ ਨੇ, ਜਿਨ੍ਹਾਂ ਨੂੰ ਰੂਹਾਨੀਅਤ ਦੇ ਮਾਰਗ ਦੇ ਵਿੱਚ ਕੋਈ ਤਰੱਕੀ ਪਾਤਸ਼ਾਹ ਨੇ ਬਖਸ਼ਿਸ਼ ਕਰਨੀ ਹੁੰਦੀ ਹੈ, ਉਹ ਸ਼ੌਂਕ ਦੇ ਨਾਲ ਮਹਾਂਪੁਰਸ਼ਾਂ ਦੇ ਜੀਵਨ ਦੀਆਂ ਕਥਾਵਾਂ ਸੁਣਦੇ ਹਨ। ਸੋ ਆਪ ਜੀ ਨੇ ਪਿਛਲੇ ਭਾਗ ਦੇ ਵਿੱਚ ਮਹਾਂਪੁਰਸ਼ਾਂ ਦੁਆਰਾ ਜਿਗਿਆਸੂ ਜਨਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਹੋਇਆਂ ਜੋ ਆਤਮਿਕ ਵਿਚਾਰਾਂ ਜਿਗਿਆਸੂ ਜਨਾਂ ਦੀ ਝੋਲੀ ਪਾਈਆਂ ਸਨ, ਉਸ ਦੇ ਸੰਬੰਧ ਦੇ ਵਿੱਚ ਜੋ ਅੱਗੇ ਸੰਤ ਜੀ ਮਹਾਰਾਜ ਨੇ ਬਚਨ ਕੀਤੇ ਹਨ, ਉਹ ਲੜੀ ਨੂੰ ਉਸੇ ਤਰ੍ਹਾਂ ਤੋਰਦੇ ਹੋਏ ਆਪਾਂ ਸਰਵਣ ਕਰੀਏ ਜੀ। ਸੰਤ ਜੀ ਮਹਾਰਾਜ ਕਹਿਣ ਲੱਗੇ ਕਿ ਵੇਦਾਂਤ ਆਪਣੇ ਆਤਮਾ ਦੀ ਵਿਚਾਰ ਨੂੰ ਕਹਿੰਦੇ ਹਨ। ਸੋ ਇਸ ਪ੍ਰਕਾਰ ਹੈ, ਇਹ ਮਨ ਦਵੈਤ ਭਾਵ ਦੇ ਵਿੱਚ ਲੱਗ ਕੇ ਪਰਮੇਸ਼ਰ ਤੋਂ ਬੇਮੁਖ ਹੋ ਗਿਆ। ਇਸ ਲਈ ਇਸ ਨੂੰ ਇਕਾਗਰਤਾ ਅਤੇ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ। ਤਾਂ ਤੇ ਇਸ ਦਾ ਸਾਥ ਛੱਡ ਕੇ ਆਪਣੇ ਅੰਦਰ ਜਿਗਿਆਸੂ ਨਿਸ਼ਚਾ ਕਰੇ ਕਿ ਤੂੰ ਪੰਜਾਂ ਤੱਤਾਂ ਦੀ ਰਚਤ ਸਥੂਲ ਸਰੀਰ ਨਹੀਂ, ਕਿਉਂਕਿ ਇਹ ਸਰੀਰ ਤਾਂ ਜੰਮਦਾ ਹੈ, ਮਰਦਾ ਹੈ, ਬਾਲਕ ਹੈ, ਕਦੇ ਕਿਸ਼ੋਰ ਅਵਸਥਾ ਹੈ, ਕਦੇ ਜਵਾਨੀ ਹੈ, ਕਦੇ ਬੁਢੇਪੇ ਨੂੰ ਪ੍ਰਾਪਤ ਹੁੰਦਾ ਹੈ। ਸਦਾ ਇੱਕ ਰਸ ਨਹੀਂ ਰਹਿੰਦਾ, ਸਦਾ ਉਤਪਤੀ ਅਤੇ ਵਿਨਾਸ਼ ਵਾਲਾ ਹੈ। ਅਤੇ ਤੇਰਾ ਆਤਮਾ ਜੋ ਸਦਾ ਹੈ, ਅਸੰਗ ਹੈ, ਨਿਰਲੇਪ ਹੈ। ਨਾ ਜਨਮ ਨਾ ਮੌਤ, ਨਾ ਬਾਲਕਪੁਣਾ ਨਾ ਬੁਢੇਪਾ, ਨਾ ਹੀ ਕੋਈ ਰੋਗ। ਇਹ ਸਰੀਰ ਤੋਂ ਸੂਖਮ ਇੰਦਰੇ ਹਨ, ਇਹ ਵੀ ਤੇਰਾ ਆਤਮਾ ਨਹੀਂ ਹੈ, ਕਿਉਂਕਿ ਇਹਨਾਂ ਦੀ ਵੀ ਇਹੋ ਜਿਹੀ ਦਸ਼ਾ ਹੈ। ਇੱਕ ਤਾਂ ਇਹ ਵੱਖ-ਵੱਖ ਹਨ, ਇਹਨਾਂ ਦਾ ਸੁਭਾਅ ਵੀ ਇੱਕੋ ਜਿਹਾ ਨਹੀਂ। ਅੱਖਾਂ ਵੇਖ ਸਕਦੀਆਂ ਹਨ ਪਰ ਸੁਣ ਨਹੀਂ ਸਕਦੀਆਂ, ਕੰਨ ਸੁਣ ਸਕਦੇ ਹਨ ਪਰ ਦੇਖ ਨਹੀਂ ਸਕਦੇ। ਨੱਕ ਕੇਵਲ ਸੁਗੰਧੀ ਅਤੇ ਦੁਰਗੰਧੀ ਦਾ ਗਿਆਨ ਲੈ ਸਕਦਾ ਹੈ,
ਰਸਨਾ ਖੱਟੇ ਮਿੱਠੇ ਦੇ ਸਵਾਦ ਨੂੰ ਹੀ ਦੱਸ ਸਕਦੀ ਹੈ, ਪਰ ਜਿਹੜਾ ਤੇਰਾ ਆਤਮਾ ਹੈ ਉਹ ਦੇਖਣ, ਸੂੰਘਣ ਅਤੇ ਸਪਰਸ਼ ਇਹਨਾਂ ਤੋਂ ਪਰੇ ਹੈ। ਸਾਰੇ ਇੰਦਰੇ ਉਸ ਤੋਂ ਸੱਤਾ ਪਾਉਂਦੇ ਹਨ। ਇਹਨਾਂ ਇੰਦਰੀਆਂ ਤੋਂ ਸੂਖਮ ਜੋ ਹਨ ਉਹ ਪ੍ਰਾਣ ਹਨ, ਪਰ ਇਹ ਵੀ ਤੇਰਾ ਸਰੂਪ ਨਹੀਂ ਹੈ, ਕਿਉਂਕਿ ਇਹ ਜੜ ਹਨ। ਤੇਰਾ ਆਤਮਾ ਜੋ ਹੈ ਚੇਤਨ ਹੈ। ਰਾਤ ਨੂੰ ਸੁੱਤੇ ਪਏ ਮਨੁੱਖ ਦੇ ਪ੍ਰਾਣ ਤਾਂ ਚੱਲਦੇ ਹੀ ਰਹਿੰਦੇ ਹਨ, ਪਰ ਕੋਲੋਂ ਹੀ ਸਮਾਨ ਜਿਹੜਾ ਹੈ ਚੋਰ ਚੋਰੀ ਕਰਕੇ ਲੈ ਜਾਂਦੇ ਹਨ। ਪ੍ਰਾਣ ਉਹਨਾਂ ਨੂੰ ਰੋਕ ਤਾਂ ਨਹੀਂ ਸਕਦੇ। ਇਸ ਕਰਕੇ ਇਹ ਜੜ ਹਨ ਤੇ ਇਹ ਤੇਰਾ ਸਰੂਪ ਨਹੀਂ ਹਨ। ਇਸ ਤੋਂ ਅੱਗੇ ਮਨ ਹੈ ਜੋ ਦੇਖਣ, ਸੂੰਘਣ, ਸੁਣਨ ਤੇ ਸਪਰਸ਼ ਇਹਨਾਂ ਸਾਰੀਆਂ ਗੱਲਾਂ ਤੋਂ ਰਹਿਤ ਹੈ। ਇਹ ਕੇਵਲ ਸੰਕਲਪ ਵਿਕਲਪ ਉਠਾਉਣਾ ਹੀ ਇਸ ਦਾ ਸਰੂਪ ਹੈ। ਇੱਕ ਛਿਨ ਦੇ ਵਿੱਚ ਹਜ਼ਾਰਾਂ ਮੀਲਾਂ ਦੀ ਸੈਰ ਕਰਕੇ ਫਿਰ ਵਾਪਸ ਆ ਜਾਂਦਾ ਹੈ। ਇਹ ਵੀ ਤੇਰਾ ਆਪਣਾ ਸਰੂਪ ਨਹੀਂ ਹੈ। ਇਉਂ ਸਰੀਰ, ਪ੍ਰਾਣ ਅਤੇ ਮਨ, ਇਹਨਾਂ ਤਿੰਨਾਂ ਦੇ ਵਿੱਚ 6 ਦੋਸ਼ ਹਨ। ਜਨਮ ਤੇ ਮਰਨਾ ਜਿਹੜਾ ਸਥੂਲ ਸਰੀਰ ਦੇ ਵਿੱਚ ਦੋਸ਼ ਹੈ। ਭੁੱਖ ਤੇ ਪਿਆਸ ਜੋ ਹੈ ਪ੍ਰਾਣਾਂ ਦਾ ਧਰਮ ਹੈ। ਹਰਖ, ਸੋਗ ਤੇ ਰਾਗ ਦਵੈਸ਼ ਇਹ ਮਨ ਦਾ ਸਰੂਪ ਹੈ। ਤੇਰਾ ਆਤਮਾ ਇਹਨਾਂ ਤੋਂ ਪਰੇ ਹੈ, ਜੋ ਸਦਾ ਅਚਲ ਹੈ ਤੇ ਅਖੰਡ ਹੈ। ਮਨ ਅਤੇ ਇੰਦਰੀਆਂ ਦਾ ਪ੍ਰੇਰਕ ਹੈ, ਕਿਸੇ ਇੰਦਰੀ ਦਾ ਵਿਸ਼ਾ ਨਹੀਂ ਹੈ। ਸੂਖਮ ਤੋਂ ਸੂਖਮ ਹੈ। ਆਤਮ ਵਿਸ਼ੈਣੀ ਬੁੱਧ ਦੇ ਨਾਲ ਅਨੁਭਵ ਕਰ ਸਕੀਦਾ ਹੈ, ਜਿਸ ਦੇ ਆਸਰੇ ਤੇ ਸੱਤਾ ਨੂੰ ਪਾ ਕੇ ਜੜ ਚੀਜ਼ਾਂ ਦੀ ਚੇਤਨਤਾ ਨੂੰ ਜੋ ਹੈ ਉਹ ਪ੍ਰਾਪਤ ਕਰਦੀਆਂ ਹਨ। ਇਹ ਨਿਰਵਿਕਾਰ ਅਤੇ ਅਬਿਨਾਸ਼ੀ ਹੈ। ਸੋ ਜਦੋਂ ਬੁੱਧੀ ਦੇ ਨਾਲ ਉਸ ਆਤਮਾ ਦਾ ਸੰਬੰਧ ਹੁੰਦਾ ਹੈ ਤਾਂ ਉਹ ਸੰਬੰਧ ਵੀ ਕਲਪਿਤ ਹੈ, ਵਾਸਤਵ ਨਹੀਂ। ਬੁੱਧੀ ਦਾ ਸੰਬੰਧ ਜੋ ਹੈ ਉਹ ਮਨ ਨਾਲ ਹੈ। ਮਨ ਦਾ ਸੰਬੰਧ ਇੰਦਰੀਆਂ ਨਾਲ ਹੈ। ਇੰਦਰੀਆਂ ਦਾ ਪਦਾਰਥਾਂ ਨਾਲ ਸੰਯੋਗ ਹੁੰਦਾ ਹੈ, ਜਿਸ ਕਰਕੇ ਇਹ ਸੰਸਾਰ ਸੱਤ ਭਾਸਣ ਲੱਗ ਜਾਂਦਾ ਹੈ। ਇੰਦਰੀਆਂ ਨਾਲੋਂ ਮਨ ਦਾ ਸੰਬੰਧ ਤੋੜ ਕੇ ਆਪਣੇ ਆਤਮੇ ਨਾਲ ਜੇਕਰ ਜੋੜ ਲਵੇ, ਸੰਸਾਰਪੁਣਾ ਆਪੇ ਹੀ ਮਿਟ ਜਾਂਦਾ ਹੈ। ਦਵੈਤ ਦੇ ਸੰਗਲ ਆਪਣੇ ਆਪ ਹੀ ਟੁੱਟ ਜਾਂਦੇ ਹਨ। ਸਿਰਫ ਇੰਦਰੀਆਂ ਦੇ ਨਾਲੋਂ ਮਨ ਦਾ ਸੰਬੰਧ ਤੋੜ ਕੇ ਆਤਮਾ ਨਾਲ ਜੋੜਨ ਦੀ ਲੋੜ ਹੈ। ਰਾਗ ਦਵੈਸ਼ ਦਾ ਜਿਹੜਾ ਬਣਾਓ ਹੈ ਇਹ ਦੂਰ ਹੋ ਜਾਂਦਾ ਹੈ। ਆਪਣੇ ਆਤਮੇ ਨੂੰ ਸਾਰੇ ਵਿਆਪਕ ਦੇਖਦਾ ਹੋਇਆ ਪੂਰਨ ਨਿਸ਼ਠਾ ਦੁਆਰਾ ਮਨ ਦੀ ਸ਼ਾਂਤੀ ਪਾ ਕੇ ਜੀਵਨ ਮੁਕਤੀ ਦਾ ਆਨੰਦ ਮਾਣਦਾ ਹੈ। ਜੀਵਨ ਮੁਕਤੀ ਦੇ ਜੋ 5 ਪ੍ਰਕਾਰ ਦੇ ਫਲ ਮਹਾਂਪੁਰਖਾਂ ਨੇ ਫਿਰ ਕਥਨ ਕੀਤੇ। ਕਹਿੰਦੇ ਗਿਆਨ ਦੀ ਸੰਭਾਲ, ਭਾਵ ਕਿ ਕਾਰ ਵਿਹਾਰ ਸਮੇਂ ਵੀ ਆਪਣੇ ਸਰੂਪ ਦਾ ਚਿੰਤਨ ਕਰੀ ਜਾਣਾ ਕਿ ਮੈਂ ਅਸਲ ਵਿੱਚ ਕੀ ਹਾਂ। ਕਿਸੇ ਸਮੇਂ ਵੀ ਇਹ ਭੁੱਲਣਾ ਨਹੀਂ। ਇਹ ਜੋ ਪਰਿਵਾਰ ਹੈ, ਇਹ ਜੋ ਸੰਸਾਰ ਹੈ, ਇਹ ਥੋੜ੍ਹੇ ਸਮੇਂ ਵਾਸਤੇ ਮਿਲਿਆ ਹੋਇਆ, ਪਰ ਮੇਰਾ ਜੋ ਅਸਲ ਸਰੂਪ ਹੈ ਉਸ ਦਾ ਅੰਦਰ ਜਿਹੜਾ ਚਿੰਤਨ ਕਰੀ ਜਾਣਾ। ਤਪ ਜੋ ਹਰ ਪ੍ਰਕਾਰ ਦੀ ਤ੍ਰਿਸ਼ਨਾ ਤੇ ਵਾਸ਼ਨਾ ਤੋਂ ਰਹਿਤ ਹੋਣਾ ਹੈ, ਇਹੋ ਹੀ ਸਭ ਤੋਂ ਵੱਡਾ ਤਪ ਹੈ। ਭਾਵ ਹਰੇਕ ਵਸਤੂ ਤੋਂ ਅਸੰਗ ਨਿਵਿਰਤ ਰਹਿ ਕੇ ਜੀਵਨ ਮੁਕਤੀ ਦਾ ਆਨੰਦ ਮਾਣਨਾ, ਕਿਸੇ ਦੇ ਨਾਲ ਵੀ ਆਪਣਤ ਨਾ ਜਣਾਉਣੀ, ਨਾ ਅੰਦਰ ਤ੍ਰਿਸ਼ਨਾ ਰੱਖਣੀ, ਨਾ ਵਾਸ਼ਨਾ ਰੱਖਣੀ। ਇਹ ਵੱਡਾ ਤਪ ਹੈ, ਮਹਾਨ ਤਪੱਸਿਆ ਹੈ। ਸਮਭਾਵ ਸਮਾਜ ਦੇ ਵਿੱਚ ਵਿਚਰਦਿਆਂ ਹੋਇਆਂ ਵਾਦ ਵਿਵਾਦ ਤੋਂ ਰਹਿਤ ਹੋ ਕੇ ਮੈਤਰੀ ਭਾਵ ਰੱਖਣਾ, ਕਿਸੇ ਵਸਤੂ ਪਰ ਹੱਠ ਨਹੀਂ ਕਰਨਾ। ਜਿਵੇਂ ਕੋਈ ਕਹੇ ਉਸ ਨੂੰ ਸੱਤ ਕਰਕੇ ਮੰਨਣਾ। ਹਰੇਕ ਦੇ ਨਾਲ ਸਮਭਾਵ ਰੱਖਣਾ। ਮਿੱਤਰ ਦੁਸ਼ਮਣ ਜਦੋਂ ਤੱਕ ਦਿਸਦੇ ਹਨ ਉਦੋਂ ਤੱਕ ਇਹਦਾ ਸਮਭਾਵ ਨਹੀਂ ਹੈ। ਚੌਥੇ ਨੰਬਰ ਤੇ ਹੈ ਦੁੱਖ ਦਾ ਅਭਾਵ। ਇਹ ਚੌਥਾ ਫਲ ਹੈ। ਉਹਨਾਂ ਨੂੰ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਭਾਸਦਾ। ਦੁੱਖ ਆਉਂਦੇ ਤਾਂ ਹਨ, ਪਰ ਉਹ ਦੁੱਖ ਨੂੰ ਦੇਖ ਕੇ ਦੁਖੀ ਨਹੀਂ ਹੁੰਦੇ।
जो नर दुख में दुख नहीं मानै, सुख स्नेह और भय नहीं जाकै, कंचन माटी मानै। सो इस प्रकार जीवन मुक्ति का चौथा फल है। पंजवें नंबर ते है मन की प्रसन्नता, पूर्ण खुशी, अपने आनंद विच रहना। जो जीवन मुक्त महापुरख हुंदे ने उन्हां दे प्रति लिखिया है, आए को हरख नहीं, गए को शोक नहीं, कैसो निर्द्वंद भयो समझने की बात है। कुछ आ गया खुशी नहीं, कोई चक के लै गया उहदा गम नहीं। देह नेहो नेरे नाही, लक्ष्मी को हेरे नाही, मन कहूँ फेरे नाही, पाहन समगात है। लोगन की रीत नहीं, काहूँ से प्रीत नहीं, हार नहीं जीत नहीं, वर्ण है ना जात है। ऐसो जब ज्ञान होत, तब है कुछ ध्यान होत, ब्रह्म के समान होत, ब्रह्म में समात है। सो ये जीवन मुक्त महापुरखों के जीवन की जो निशानी है, जीवन मुक्ति इस तरह होती है, जिउंदे जी मुक्त हो जाना। फिर इस आनंद का जिहड़ा वर्णन है वो किया ही नहीं जा सकता भी जिहड़े जीवन मुक्त महापुरख हुंदे हन उन्हां दे अंदर किन्ना क आनंद वरतदा है। सो इहो जिहियां आत्मक विचारां संत जी महाराज ने जग्यासू जनां नूं सुणाउणियां, जग्यासू जनां नूं उपदेश देना और साधना करन वालियां दे मन दे विच उत्साह होर भी वध जाना। और इसी प्रकार हुण जो राड़ा साहिब की रचना हो रही है उस तीर्थ की, पहला आप जी सुन चुके हो कि सब तो पहला राड़े की ढक्की विच वड्डे संत जी महाराज ते छोटे संत जी महाराज दे पावन चरनां विच वड्डे महाराज रेरू साहब वालियां तो वरसाए हुए जहांगीर पिंड दे गुरचरण सिंह जिन्हां नूं बाई जी कहंदे सी वो आए। उन्हां तो बाद फिर होर सज्जण भी आने शुरू हो गए, जिन्हां विच घणगसां पिंड दा बाबा नारायण सिंह भी आया करदा। कुछ दिन तां शाम नूं कीर्तन सुन के वापस पिंड नूं चले जांदे रहे, सवेरे फिर समय सिरे आ जाना। उपरंत फिर चरनां विच ही आके टिक गए अते लंगर की सेवा संभाल लई हजूर ने इन्हां नूं वड्डे लांगरी अर्थात लंगर के इंचार्ज, जिन्हां नूं इस संप्रदाय दे विच श्रीमान कहा जांदा, बना दिता। होर सेवादार भी इन्हां दे नाल ला दिते, पर जिम्मेवारी इन्हां दी ही सी। संत जी महाराज का हुक्म सी कि ये बाबा करम सिंह जी महाराज होती मरदान वालियां दा लंगर है, इत्थे कोई किसी समय आ जाए भुखा ना मुड़े, चाहे उसनूं कुछ भी खाण लई दिओ पर भुखा ना मोड़ो। 3 समय घंटी वजा के पंगतां लगदियां, जिस विच लोड़ अनुसार सबनां नूं चाह लस्सी प्रशादा मिलदा। होर तां सारे गुरमुख दोपहर नूं प्रशादा छक के थोड़ा बहुता समा आराम कर लैंदे, पर इन्हां दी लंगर दे विच ड्यूटी सी ते हर समय हाज़र रहना पैंदा सी। लंगर दे कमरे अगे पंगत लगण वास्ते एक छोटा जिहा विहड़ा सी, जिस दे चफेरे 4-4 5-5 फुट उच्ची 4 दीवारी कीती सी। 1928 ईस्वी के मार्च महीने दोपहर के समय बाबा नारायण सिंह जी के पास एक साधु आया, जिस दे ये बचन सन, उच्ची उच्ची बोल रहे सी, प्रशादा चाह लस्सी। वो 4 दीवारी के उपर ती झात पाउंदियां अते बोलदियां ही तुरे आउणा, पर रुकना नहीं। जे चीज़ मिल जानी तो अपनी जो जर खाधी हुई टीन की बाल्टी लई हुंदी सी उन्होंने वो अगे कर देनी तो उहदे विच पवा लैनी।
नहीं तो उसी तरह बोलते बोलते जिथे पशुओं वास्ते दाणा भेंता हुंदा सी, जिस विच भांडियां दा धोण ते जूठे टुक्कड़ भी सिੱਟੇ ਜਾਂਦੇ सी, ਉਹਦੇ ਵਿੱਚੋਂ सुक्के गिले रोटी के टुकड़े कढ़ के अपनी बाल्टी विच पा के तुर जाना। फिर पता ही नहीं सी लगदा भी वो किधर चलिया गया। 5-7 दिन छड्ड के देवनेत नाल उसे दिन फिर आउणा, जिस दिन कुदरती बाहरों बहुती संगत आ जाण करके लंगर दे प्रशादे समाप्त हो गए हुंदे सी। पहलां वांग पुछ के उसे समय वापस मुड़ जाना, ठहरना नहीं, होर कुछ नहीं आखना, बस उच्ची उच्ची कही जाना, कल दी रोटी, परसों दी रोटी, लस्सी, चाह, इदां बोलदे तुरी जाना। जदों 10-15 दिनां दे विच 2 वारी आ चुके तो तीजी बार आउण तो पहलां श्रीमान जी ने बड़े महाराज जी के पास बेनती की कि महाराज 5-7 दिनी सिरों नंगा, लक नूं खद्दर दा परना बन्निया, गल विच कुछ नहीं पाया हुंदा, हत्थ विच चिमटा फड़िया हुंदा है, नंगे पैरी दूरों ही एक साधु बोलदा होया आउंदा ते बोलदा ही तुरिया जांदा है। जे कहिए बाबा जी ठहरो, प्रशादा हुणे तैयार कर दिंदे आ, तां ओह रुकदा नहीं है। पशुओं के दाणे विचों प्रशादियां दे भोरे लैके तुर जांदा है। हजूर ने हस के उत्तर दिता, कहंदे ये तुहाडा लंगर देखण आउंदा है कि हर समय चलदा है कि नहीं। तुहाडे बजुर्गां दे लंगर विच 35-35 मण लूण एक दिन का लग जाता सी। होती मरदान कैसी वडियाई है संत जी महाराज, संत बाबा करम सिंह जी होती मरदान वालियां दी। एक दिन दे विच 35 मण लूण लग जाना बहुत वड्डी गल। किन्ना लंगर पकदा होएगा, किन्नी संगत आउंदी होएगी उन्हां दे चरनां दे विच। ते महाराज कहंदे तुसीं 10 सेर आटा नहीं पका के रख सकदे, अज तो किसी नूं भी खाली नहीं मोड़ना, की पता परमेश्वर किहड़े रूप दे विच आ जावे। तुलसी इस संसार में सब सो मिलिए धाए, ना जाने किस रूप में नारायण मिल है आए। लंगर अते यज्ञ की सफलता भी इसे विच है, कोई लोड़वंद भुखा ना मुड़े। वाल्मीकि दे भोजन छके बिना पांडवां दा जग संपूर्ण नहीं सी होया। सो इस प्रकार कितनियां उदाहरणां मिलदियां ने। भाई बुद्धू दे आवे कच्चे रह गए सन, भाई लखू नूं प्रशादा नहीं सी छकाया। सो इस प्रकार श्रीमान जी ने महाराजियां दे पासों बचन सुने। दूजे तीजे दिन उसे ही समय दोपहर नूं साधु फेर आ गया। उसे तरह बोलदा आवे, चाह लस्सी रोटी अज दी होवे, कल दी होवे, परसों दी पई होवे, इदां कहंदा तुरिया गया। कुदरती उस वक्त प्रशादा भी नहीं सी। श्रीमान जी ने दौड़ के अंदरों सुक्के आटे की थाली भर के लियांदी, उपर गुड़ रख लिया, आख्या लो बाबा जी। उस महापुरुष ने अपनी वो बाल्टी अगे कर दी, गुड़ अते आटा पवा के उसे समय उन्होंने पानी दे नाल घोल के उत्थे खड़े खड़े पी गए, पर फिर मुड़ के कदे नहीं आए। इधरों महापुरखों के हुक्म अनुसार उस दिन तो बाद श्रीमान ने प्रण कर लिया कि कोई समा होवे, दिन होवे चाहे रात होवे, जदों भी लंगर समाप्त हुंदा है उसे ही समय होर पका के रख लेना। 10-20 शरीरां दे प्रशादे हर समय तैयार रखने। कई दिनों बाद संत जी महाराज ने पूछया, वो फकीर फिर तो नहीं कदे आया? तो इन्हों ने गुड़ ते आटा देने वाली सारी गल दसी ते कहा महाराज उस दिन तो बाद तो मुड़ के नहीं आया। फिर हजूर कहन लगे ये लंगर गुरु नानक दा है, जिन्हों ने झड़ी लगन समय करतारपुर साहिब संगत नूं भुखी देख के दरख्त तो लुहा के मठियाई छकाई सी।
ਫਿਰ ਉਸ ਦੇ ਲੰਗਰ ਵਿੱਚੋਂ ਕੋਈ ਲੋੜਵੰਦ ਭੁੱਖਾ ਮੁੜ ਜਾਵੇ, ਇਹ ਤਾਂ ਹੋਣਾ ਨਹੀਂ ਚਾਹੀਦਾ। ਹਰੇਕ ਨੂੰ ਚਾਹ ਰੋਟੀ ਜੋ ਵੀ ਅਗਲਾ ਛਕਦਾ ਪ੍ਰਸੰਨ ਕਰਕੇ ਤੋਰੋ। ਕਿਸੇ ਦੀ ਪ੍ਰਸੰਨਤਾ ਲੈਣੀ ਵੀ ਬਹੁਤ ਵੱਡਾ ਪੁੰਨ ਹੈ। ਸੋ ਇਸ ਤਰ੍ਹਾਂ ਨਾਲ ਮਹਾਂਪੁਰਸ਼ ਕਹਿਣ ਲੱਗੇ, ਜਿਸ ਦੀ ਵੀ ਸੇਵਾ ਕਰੀਏ ਉਹ ਸੇਵਾ ਕੀਤੀ ਹੋਈ ਕਦੇ ਬਿਰਥੀ ਨਹੀਂ ਜਾਂਦੀ। ਮਿਹਰਬਾਨ ਮਹਾਂਪੁਰਸ਼ਾਂ ਦੇ ਇਹ ਮਿਹਰਾਂ ਭਰੇ ਬਚਨ ਸੁਣ ਕੇ ਬਾਬਾ ਜੀ ਸ੍ਰੀਮਾਨ ਜੀ ਉਸ ਦਿਨ ਤੋਂ ਬਾਅਦ ਉਹਨਾਂ ਨੇ ਗੁਰੂ ਕੇ ਲੰਗਰ ਦੇ ਵਿੱਚ ਹਰ ਸਮੇਂ ਲੰਗਰ ਤਿਆਰ ਰੱਖਿਆ ਤੇ ਕਿਸੇ ਨੂੰ ਭੁੱਖਿਆ ਨਹੀਂ ਮੁੜਨ ਦਿੱਤਾ। ਸਾਧੂ ਵਾਸਤੇ ਸੰਤੋਖ ਧਾਰਨਾ ਸਭ ਤੋਂ ਸ੍ਰੇਸ਼ਟ ਹੈ। ਸੋ ਮਹਾਰਾਜ ਜੀ ਜਿਨ੍ਹਾਂ ਗੁਰਮੁਖਾਂ ਨੇ ਹਜ਼ੂਰ ਦੀ ਆਗਿਆ ਅਨੁਸਾਰ ਆਪਣਾ ਜੀਵਨ ਸਫਲਾ ਕਰਨ ਵਾਸਤੇ ਮੌਨ ਧਾਰਨ ਕੀਤਾ ਸੀ, ਕਦੇ ਕਦੇ ਰਾਤ ਦੇ ਸਮੇਂ ਉਹਨਾਂ ਨੂੰ ਕੋਲ ਬੁਲਾ ਕੇ ਇਸ ਪ੍ਰਕਾਰ ਉਪਦੇਸ਼ ਕਰਦੇ ਸਨ। ਕਹਿੰਦੇ ਜੀ ਆਪਣੇ ਮਨ ਦਾ ਕਦੇ ਵਸਾਹ ਨਾ ਕਰੋ, ਇਹ ਸ਼ੁਭ ਗੁਣਾਂ ਦੇ ਧਨ ਲੁੱਟਣ ਵਾਲਾ ਬਹੁਤ ਵੱਡਾ ਚੋਰ ਹੈ। ਦਾਦੂ ਜੀ ਕਥਨ ਕਰਦੇ ਹਨ, ਇਹ ਮਨ ਬੁੱਕਲ ਦੇ ਸੱਪ ਵਾਂਗੂ ਹੈ, ਇਹਦਾ ਵਸਾਹ ਨਾ ਕਰੋ ਕਦੇ ਵੀ। ਦਾਦੂ ਇਹ ਮਨ ਸਰਪ ਹੈ, ਬਸਤਾ ਹਿਰਦੇ ਮਾਹੇ, ਇਨਕੇ ਕਾਟਨ ਤੇ ਅੱਗੇ ਤੁਮ ਕਿਉਂ ਕਾਟਤ ਨਾ ਹੈ। ਕਬੀਰ ਜੀ ਇਸ ਮਨ ਨੂੰ ਚੋਰ ਦੱਸਦੇ ਹਨ। ਕਬੀਰ ਇਹ ਮਨ ਚੋਰ ਹੈ, ਭਲੀ ਵਸਤ ਲੈ ਜਾਏ, ਸੂਤੇ ਕੋ ਯਹ ਲੂਟ ਲੈ, ਜਾਗਤ ਤੇ ਡਰ ਪਾਏ। ਦੂਸਰਾ ਬਚਨ ਮਹਾਰਾਜ ਜੀ ਨੇ ਕਰਨਾ, ਮੌਤ ਨੂੰ ਸਦਾ ਚੇਤੇ ਰੱਖੋ, ਇਹਨੂੰ ਕਦੇ ਵੀ ਭੁੱਲੋ ਨਾ। ਅੱਗੇ ਕਹਿਣਾ, ਜਗਿਆਸੂ ਸਦਾ ਪਰਮੇਸ਼ਰ ਨੂੰ ਭਾਉਣ ਵਾਲੀ ਕਿਰਿਆ ਕਰੇ, ਉਸ ਦੇ ਹੁਕਮ ਤੋਂ ਉਲਟ ਨਾ ਚੱਲੇ, ਉਸ ਦੇ ਭੈ ਅਤੇ ਰਜਾ ਦੇ ਵਿੱਚ ਪ੍ਰਸੰਨ ਰਹੇ। ਪਰਮੇਸ਼ਰ ਨੂੰ ਅੰਤਰਜਾਮੀ ਅਤੇ ਸਦਾ ਆਪਣੇ ਅੰਗ ਸੰਗ ਜਾਣੇ ਤੇ ਮਨ ਵਿੱਚ ਇਹ ਨਿਸ਼ਚਾ ਹੋਵੇ ਕਿ ਜੋ ਵੀ ਕੰਮ ਮੈਂ ਕਰਦਾ ਹਾਂ ਪਰਮੇਸ਼ਰ ਮੈਨੂੰ ਵੇਖਦਾ ਹੈ। ਦ੍ਰਿਸ਼ਟਮਾਨ ਪਦਾਰਥਾਂ ਦੇ ਨਾਲ ਮੋਹ ਨਾ ਕਰੇ, ਇਹਨਾਂ ਨੂੰ ਨਾਸ਼ਵੰਤ ਜਾਣ ਕੇ ਕੇਵਲ ਪਰਮਾਤਮਾ ਦਾ ਚਿੰਤਨ ਕਰੇ। ਜਗਿਆਸੂ ਸੁੱਖਾਂ ਨਾਲੋਂ ਦੁੱਖਾਂ ਨੂੰ ਚੰਗਾ ਜਾਣੇ, ਕਿਉਂਕਿ ਦੁੱਖ ਵਿੱਚ ਹੀ ਜੀਵ ਨੂੰ ਰੱਬ ਚੇਤੇ ਆਉਂਦਾ ਹੈ, ਸੁੱਖ ਦੇ ਵਿੱਚ ਭੁੱਲ ਜਾਂਦਾ ਹੈ। 35 ਅੱਖਰੀ ਵਿੱਚੋਂ ਸੱਸੇ ਅੱਖਰ ਦਾ ਉਪਦੇਸ਼ ਮਹਾਰਾਜ ਜੀ ਨੇ ਇੱਦਾਂ ਸੁਣਾਉਣਾ। ਸੱਸਾ ਸੱਚ ਬੋਲਣਾ, ਸੱਸਾ ਸੰਤੋਖ ਰੱਖਣਾ, ਸੱਸਾ ਸੇਵਾ ਕਰਨੀ, ਸੱਸਾ ਸਿਮਰਨ ਕਰਨਾ, ਸੱਸਾ ਸਮੱਤ ਧਾਰਨ ਕਰਨੀ, ਸੱਸਾ ਸਾਧੂ ਦੀ ਸੰਗਤ ਕਰਨੀ, ਸੱਸਾ ਸਹਿਣਸ਼ੀਲਤਾ ਹੋਣੀ, ਸੱਸਾ ਸ਼ਰਧਾ ਹੋਣੀ, ਸੱਸਾ ਸ਼ਰਨ ਆਏ ਦੀ ਰੱਖਿਆ ਕਰਨੀ, ਸੱਸਾ ਸਬਰ ਤੇ ਸ਼ੁਕਰ ਧਾਰਨ ਕਰਨਾ। ਸਭ ਤੋਂ ਵੱਡਾ ਗੁਣ ਸਬਰ ਤੇ ਸ਼ੁਕਰ ਦਾ ਹੈ। ਭਾਵ ਜਗਿਆਸੂ ਵਿੱਚ ਧੀਰਜ ਹੋਣੀ ਚਾਹੀਦੀ ਹੈ। ਸੋ ਇਸ ਪ੍ਰਕਾਰ ਮਹਾਂਪੁਰਖਾਂ ਨੇ 4 ਤਰ੍ਹਾਂ ਦਾ ਧੀਰਜ ਦੱਸਣਾ ਕੀਤਾ। ਕ੍ਰੋਧ ਕਰਨ ਵਾਲੇ ਉੱਤੇ ਕ੍ਰੋਧ ਨਾ ਕਰੇ, ਨਾ ਸਰੀਰ ਕਰਕੇ ਮਾਰੇ, ਨਾ ਮਨ ਕਰਕੇ ਉਹਦਾ ਬੁਰਾ ਚਿਤਵੇ। ਜਗਿਆਸੂ ਮਾਨ ਅਪਮਾਨ ਵਿੱਚ ਆਪਣੇ ਹਿਰਦੇ ਨੂੰ ਇੱਕੋ ਜਿਹਾ ਰੱਖੇ। ਜੇ ਕੋਈ ਵਡਿਆਈ ਦੇਵੇ ਤਾਂ ਭੁੱਲ ਕੇ ਨਾ ਬੈਠੇ, ਜੇ ਕੋਈ ਨਰਾਦਰੀ ਕਰੇ ਤਾਂ ਘਬਰਾਵੇ ਨਾ। ਸਾਧਨਾ ਕਰਦਾ ਹੋਇਆ ਕਦੇ ਕਾਹਲਾ ਪੈ ਕੇ ਪਰਮੇਸ਼ਰ ਨੂੰ ਉਲਾਂਭਾ ਨਾ ਦੇਵੇ ਕਿ ਮੈਂ ਇੰਨੇ ਚਿਰ ਦਾ ਤਪ ਕਰਦਾ ਹਾਂ, ਮੈਨੂੰ ਪਰਮੇਸ਼ਰ ਦਾ ਦਰਸ਼ਨ ਕਿਉਂ ਨਹੀਂ ਹੋਇਆ। ਉਲਾਹਨੋ ਮੈਂ ਕਾਹੂ ਨਾ ਦਿਓ, ਮਨ ਮੀਠ ਤੁਹਾਰੋ ਕੀਓ। ਇਹ ਧੀਰਜ ਰੱਖਣਾ ਹੈ। ਚੌਥੇ ਨੰਬਰ ਦਾ ਧੀਰਜ ਹੈ, ਜਿਸ ਸਮੇਂ ਕਿਸੇ ਦਾ ਸੱਚਾ ਬਚਨ ਸੁਣੇ, ਚਾਹੇ ਉਹ ਮਿੱਤਰ ਦੇ ਮੁਖ ਤੋਂ ਨਿਕਲਿਆ ਹੋਵੇ, ਚਾਹੇ ਦੁਸ਼ਮਣ ਦੇ ਮੁਖ ਤੋਂ, ਆਪਣੇ ਅਨੁਕੂਲ ਹੈ, ਚਾਹੇ ਉਹ ਸਾਡੀ ਮੱਤ ਤੇ ਉਲਟ ਹੈ, ਉਸ ਨੂੰ ਯਥਾਰਥ ਕਰਕੇ ਮੰਨ ਲਵੇ, ਹਠ ਨਾ ਕਰੇ। ਸੋ ਇਸ ਪ੍ਰਕਾਰ ਸੰਤ ਜੀ ਮਹਾਰਾਜ ਅਨੇਕ ਤਰ੍ਹਾਂ ਕਰਕੇ ਜਗਿਆਸੂ ਜਨਾਂ ਦਾ ਜੀਵਨ ਉੱਚਾ ਚੱਕਣ ਵਾਸਤੇ ਬਹੁਤ ਪਿਆਰੇ ਉਪਦੇਸ਼ ਸਰਵਣ ਕਰਵਾਇਆ ਕਰਦੇ। ਹੁਣ ਸੰਤ ਜੀ ਮਹਾਰਾਜ ਦੇ ਤਪੱਸਿਆ ਦੇ ਸੰਬੰਧ ਦੇ ਵਿੱਚ ਕੁਝ ਬਚਨ
ਜਿਵੇਂ ਸਕੂਲ ਦਾ ਮਾਸਟਰ ਛੋਟੀਆਂ ਕਲਾਸਾਂ ਨੂੰ ਪੜ੍ਹਾਉਣ ਸਮੇਂ ਉਹ ਪਹਿਲਾਂ ਆਪ ਅੱਗੇ ਮੁਹਾਰਨੀ ਬੋਲਦਾ ਹੈ, ਉਹਦੇ ਮਗਰ ਸਾਰੀ ਜਮਾਤ ਦੇ ਬੱਚੇ ਬੋਲਦੇ ਹਨ। ਇਸੇ ਤਰ੍ਹਾਂ ਜੋ ਸੰਸਾਰ ਦੇ ਭਲੇ ਵਾਸਤੇ ਪਰਮੇਸ਼ਰ ਵੱਲੋਂ ਬਖਸ਼ੀਆਂ ਹੋਈਆਂ ਰੂਹਾਂ ਆਉਂਦੀਆਂ ਹਨ, ਉਹਨਾਂ ਨੂੰ ਰੱਬੀ ਕਾਰਕ ਜਾਂ ਨਿਤ ਅਵਤਾਰ ਵੀ ਕਹਿੰਦੇ ਹਨ। ਉਹ ਆਪ ਤਾਂ ਹਰ ਪ੍ਰਕਾਰ ਕਰਕੇ ਮੁਕਤ ਸਰੂਪ ਹੁੰਦੇ ਹਨ। ਉਹਨਾਂ ਵਾਸਤੇ ਕੁਝ ਕਰਨ ਕਰਾਉਣ ਵਾਲਾ ਸਾਧਨ ਤਾਂ ਬਾਕੀ ਨਹੀਂ ਰਹਿ ਜਾਂਦਾ, ਪਰ ਜਗਿਆਸੂ ਜਨਾਂ ਦੇ ਭਲੇ ਵਾਸਤੇ ਟੁੱਟੀਆਂ ਹੋਈਆਂ ਸੁਰਤਾਂ ਨੂੰ ਨਿਰੰਕਾਰ ਵਿੱਚ ਜੋੜਨ ਲਈ ਫੌਜੀ ਅਫਸਰਾਂ ਵਾਂਗ ਪਹਿਲਾਂ ਸੇਵਾ ਤੇ ਸਿਮਰਨ ਦਾ ਨਮੂਨਾ ਦੱਸਣਾ ਪੈਂਦਾ ਹੈ, ਜਿਸ ਕਰਕੇ ਪਰਮਾਰਥ ਦੇ ਜਿਹੜੇ ਭੰਡਾਊ ਹੁੰਦੇ ਨੇ ਇਸ ਗੁਰਮੁਖ ਗਾਡੀ ਰਾਹ ਤੇ ਸੌਖੇ ਚੱਲ ਪੈਂਦੇ ਹਨ। ਜਿਵੇਂ ਗੁਰੂ ਨਾਨਕ ਮਹਾਰਾਜ ਜੀ ਦੀ ਤਪੱਸਿਆ ਨੂੰ ਭਾਈ ਗੁਰਦਾਸ ਜੀ ਨੇ ਇਉਂ ਲਿਖਿਆ ਹੈ, ਰੇਤ ਅਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰ ਸਿਉ ਬਣ ਆਈ। ਇਸੇ ਤਰ੍ਹਾਂ ਤੀਸਰੇ ਪਾਤਸ਼ਾਹ ਮਹਰ ਨੇ ਰੌਂਗਟੇ ਖੜੇ ਕਰਨ ਵਾਲੀ 12 ਸਾਲ ਕਠਨ ਸੇਵਾ ਕੀਤੀ ਹੈ। ਤੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਸਤਿਗੁਰਾਂ ਦੀ ਤਪੱਸਿਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆਂ ਦੀ ਅਥਵਾ ਕਲਗੀਧਰ ਮਹਾਰਾਜ ਜੀ ਦੀ ਆਪਣੀ ਤਪੱਸਿਆ ਉਹਨਾਂ ਨੇ ਸ੍ਰੀ ਦਸਮ ਜੀ ਦੀ ਬਾਣੀ ਦੇ ਵਿੱਚ ਦਰਜ ਕੀਤਾ ਹੈ। ਤਾਤ ਮਾਤ ਮੋਰ ਅਲਖ ਅਰਾਧਾ। ਔਰ ਆਪਣੇ ਬਾਰੇ ਮਹਾਰਾਜ ਲਿਖਦੇ ਨੇ, ਹੇਮਕੁੰਟ ਪਰਬਤ ਹੈ ਜਹਾਂ ਸਪਤ ਸ੍ਰਿੰਗ ਸ਼ੋਭਿਤ ਹੈ ਤਹਾਂ, ਤਹ ਹਮ ਅਦਕ ਤਪੱਸਿਆ ਸਾਧੀ ਮਹਾਕਾਲ ਕਾਲ ਕਾ ਅਰਾਧੀ, ਇਹ ਬਿਦ ਕਰਤ ਤਪੱਸਿਆ ਭਇਓ ਦ્વੈ ਤੇ ਏਕ ਰੂਪ ਹੋਇਆ ਗਇਓ। ਇਸੇ ਤਰ੍ਹਾਂ ਗੁਰੂ ਇਤਿਹਾਸ ਵਿੱਚ ਹੋਰ ਵੀ ਬੇਅੰਤ ਗੁਰਸਿੱਖਾਂ ਦੀਆਂ ਸਾਖੀਆਂ, ਮਾਈ ਭਾਈ ਦੀਆਂ ਸਾਖੀਆਂ, ਭਾਈ ਮੰਝ ਵਰਗੇ ਗੁਰਸਿੱਖਾਂ ਦੀ ਘਾਲਣਾ, ਭਾਈ ਗੋਂਦੇ ਵਰਗੇ ਮਹਾਂਪੁਰਖਾਂ ਦੀਆਂ ਨਿਰਵਿਕਲਪ ਸਮਾਧੀਆਂ, ਸਾਰਾ ਜ਼ਿਕਰ ਆਉਂਦਾ ਹੈ। ਉਹਨਾਂ ਗੁਰਮੁਖਾਂ ਵਾਂਗ ਹੀ ਸੰਤ ਜੀ ਮਹਾਰਾਜ ਨੇ ਬੜੀ ਭਾਰੀ ਕਠਨ ਘਾਲਣਾ ਘਾਲ ਕੇ ਇੱਕ ਤਪੱਸਿਆ ਦਾ ਨਮੂਨਾ ਦਰਸਾਇਆ ਹੈ। ਚਾਹੇ ਹਾੜ ਹੈ ਚਾਹੇ ਸਿਆਲ ਹੈ, ਰਾਤ ਦੇ 12:30 ਵਜੇ ਸਾਵਧਾਨ ਹੋ ਜਾਂਦੇ ਸੀ ਮਹਾਰਾਜ। ਫਿਰ ਦੂਸਰੀ ਰਾਤ 11 ਤੋਂ ਪਹਿਲਾਂ ਕਦੇ ਆਰਾਮ ਨਹੀਂ ਸੀ ਕੀਤਾ। ਫਿਰ ਹਰੇਕ ਮੌਸਮ ਦੇ ਵਿੱਚ ਸਕੇਸੀ ਇਸ਼ਨਾਨ ਹੀ ਕਰਦੇ ਰਹੇ। ਉਪਰੰਤ 12 ਮਹੀਨੇ ਇੱਕੋ ਹੀ ਖੱਦਰ ਦੀ ਚਾਦਰ ਰੱਖਣੀ। ਪੌ ਫਟਾਲੇ ਤੱਕ ਨਹਿਰ ਦੇ ਕੰਢੇ ਸ਼ਬਦ ਸੁਰਤ ਦਾ ਮੇਲ ਕਰਕੇ ਸਿਮਰਨ ਦੇ ਵਿੱਚ ਜੁੜੇ ਰਹਿਣਾ। ਕਈ ਦਿਨ ਤੱਕ 25 ਜਪਜੀ ਸਾਹਿਬ ਦੇ ਪਾਠ ਕਰਨੇ। ਕਈ ਦਿਨ ਸਿਆਲੇ ਦੀ ਰੁੱਤ ਵਿੱਚ ਆਲਸ ਤੋਂ ਬਚਣ ਵਾਸਤੇ ਨਹਿਰ ਦੇ ਬਰਫ਼ ਵਰਗੇ ਠੰਡੇ ਪਾਣੀ ਦੇ ਵਿੱਚ ਖੜੇ ਹੋ ਜਾਣਾ। ਫਿਰ ਅਸਥਾਨ ਤੇ ਪੁੱਜ ਕੇ 25 ਪਾਠ ਜਪਜੀ ਸਾਹਿਬ ਦੇ ਕਰਨ ਤੋਂ ਬਾਅਦ ਗੁਰੂ ਦਰਬਾਰ ਦੇ ਵਿੱਚ ਹਾਜ਼ਰੀ ਦੇਣੀ। ਲੰਗਰ ਦੀ ਘੰਟੀ ਸਮੇਂ ਜਲ ਪਾਣੀ ਛਕ ਕੇ ਮੁੜ ਦਿਨ ਦੇ 11 ਵਜੇ ਤੱਕ ਨਹਿਰ ਦੇ ਕੰਢੇ ਸਰਕੜੇ ਦੇ ਵਿੱਚ ਆ ਕੇ ਬੈਠ ਜਾਣਾ। ਲੰਗਰ ਦੀ ਪੰਗਤ ਸਮੇਂ ਵਾਪਸ ਜਾ ਕੇ ਇੱਕ ਛਟਾਂਕ ਆਟੇ ਦੇ ਸਿਰਫ 2 ਫੁਲਕੇ ਜਾਂ ਪਤਲੀ ਜਿਹੀ ਇਕੱਲੀ ਮੂੰਗੀ ਦੀ ਦਾਲ, ਲੂਣ ਮਿਰਚਾਂ ਤੋਂ ਬਗੈਰ ਫਿੱਕੀ ਸਬਜ਼ੀ ਛਕ ਕੇ ਦਿਨੇ ਕੇਵਲ 1 ਘੰਟਾ ਆਰਾਮ ਕਰਨਾ। 1 ਜਾਂ 1:30 ਵਜੇ ਫੇਰ ਉੱਠ ਪੈਣਾ। ਫਿਰ 2 ਵਜੇ ਨਹਿਰ ਦੇ ਕੰਢੇ ਜਾਂ ਰੇਤ ਦੇ ਟਿੱਬਿਆਂ ਵੱਲ ਨਿਕਲ ਜਾਣਾ, ਜਿੱਥੇ ਇੱਕੋ ਆਸਣ ਤੇ ਘੰਟਿਆਂ ਬੱਧੀ ਬੈਠੇ ਰਹਿਣਾ। ਕਦੀ ਸਮਾਧੀ ਉਥਾਨ ਹੋਣੀ ਤਾਂ ਰਹਿਰਾਸ ਦੇ ਸਮੇਂ ਵਾਪਸ ਮੁੜ ਆਉਣਾ, ਨਹੀਂ ਤਾਂ ਇੱਕੋ ਆਸਣ ਤੇ ਬੈਠਿਆਂ ਅੰਮ੍ਰਿਤ ਵੇਲੇ ਦੇ 2 ਵਜੇ ਦੀ ਘੰਟੀ ਵੀ ਲੱਗ ਜਾਂਦੀ ਸੀ। ਉਸ ਸਮੇਂ ਇੱਕ ਵਾਰੀ ਉੱਠ ਕੇ ਇਸ਼ਨਾਨ ਕਰ ਆਉਣਾ, ਫਿਰ ਉਸੇ ਜਗ੍ਹਾ ਸਿਮਰਨ ਦੇ ਵਿੱਚ ਬੈਠ ਜਾਣਾ ਆ ਕੇ। ਇਹ 8 ਪਹਿਰਾਂ ਬਾਅਦ ਸੂਖਮ ਜਿਹਾ ਆਹਾਰ ਅੰਗੀਕਾਰ ਕਰਦੇ। ਹੌਲੀ ਹੌਲੀ ਫਿਰ ਉਹ ਵੀ ਘਟਾ ਦਿੱਤਾ। ਕੇਵਲ ਜਲ ਪਾਣੀ ਦੇ ਆਸਰੇ ਕਈ ਦਿਨ ਲੰਘ ਜਾਂਦੇ। ਮੌਨ ਧਾਰਨ ਕਰਕੇ ਹਰ ਸਮੇਂ ਸਿਮਰਨ ਦੇ ਵਿੱਚ ਜੁੜੇ ਰਹਿਣਾ। ਦਿਮਾਗ ਦੀ ਗਰਮੀ ਖੁਸ਼ਕੀ ਨਾਲ ਜੇਕਰ ਰਾਤ ਨੂੰ ਨੀਂਦ ਨਾ ਆਉਣੀ
ਤਾਂ ਕਈ ਵਾਰੀ 11 ਵਜੇ ਉੱਠ ਕੇ ਸਕੇਸ਼ੀ ਇਸ਼ਨਾਨ ਕਰਕੇ ਨਹਿਰ ਦੇ ਕੰਢੇ 'ਤੇ ਜਾ ਕੇ ਬੈਠ ਜਾਣਾ। ਇਉਂ ਕਈ ਰਾਤਾਂ ਤੇ ਕਈ ਦਿਨ ਬਿਨਾਂ ਆਰਾਮ ਕੀਤਿਆਂ ਵੀ ਬੀਤ ਜਾਂਦੇ ਸੀ। ਬਚਨ ਵਿਲਾਸ ਕਿਸੇ ਨਾਲ ਉੱਕਾ ਹੀ ਨਹੀਂ ਸੀ ਕਰਦੇ। ਜਿਉਂ-ਜਿਉਂ ਕਠਨ ਤਤਿਖਿਆ ਦੇ ਕਾਰਨ ਸਰੀਰ ਕਿਰਸ ਹੁੰਦਾ, ਤਿਉਂ-ਤਿਉਂ ਮਨ ਦੀ ਸ਼ਾਂਤੀ ਤੇ ਚਿੱਤ ਦੀ ਇਕਾਗਰਤਾ, ਆਤਮਿਕ ਆਨੰਦ ਉੱਨਤੀ ਤੇ ਪੁੱਜ ਜਾਂਦਾ। ਜਿਵੇਂ ਚੰਦਨ ਦੇ ਉਦਾਲੇ ਸਰਪ ਵਿਹੜੇ ਹੁੰਦੇ ਹਨ, ਉਸ ਸ਼ਾਂਤ ਰਸ ਨੂੰ ਮਾਣਨ ਲਈ ਮਨੁੱਖ ਦੇ ਮਾਰੂ ਦੁਸ਼ਮਣ ਤਾਮਸੀ ਸੁਭਾਅ ਵਾਲੇ ਜਾਨਵਰ ਵੀ ਰਾਤ ਨੂੰ ਗੁਫਾ ਦੇ ਦੁਆਲੇ ਪਰਿਕਰਮਾ ਕਰਦੇ ਦੇਖੀਂਦੇ ਸੀ। ਪਰ ਬਿਰਹੋਂ ਪੀੜਾ ਦੀ ਚੋਟ ਨੂੰ ਨਾ ਜਾਣਨ ਵਾਲੇ ਲੋਕੀ ਐਸੇ ਮਹਾਂਪੁਰਸ਼ਾਂ ਦੀ ਜਵਾਨ ਉਮਰ ਦੇਖ ਕੇ ਕਈ ਤਰ੍ਹਾਂ ਦੀਆਂ ਤਰਕਾਂ ਵੀ ਕਰਨ ਲੱਗ ਪਏ ਸੀ। ਕਈ ਤਰਕਵਾਦੀਆਂ ਨੇ ਸਾਰੀ ਰਾਤ ਬੈਠ ਕੇ ਪਹਿਰਾ ਵੀ ਕੱਟਿਆ ਕਿ ਇਹ ਕਿਸੇ ਵੇਲੇ ਤਾਂ ਸੌਂਦੇ ਹੀ ਹੋਣਗੇ। ਕੁਝ ਕੁ ਦਿਨਾਂ ਤੋਂ ਬਾਅਦ ਫਿਰ ਐਸੇ ਵਿਰੋਧੀ ਆਪੇ ਹੀ ਅੱਕ ਜਾਂਦੇ, ਥੱਕ ਜਾਂਦੇ ਰਹੇ। ਪਰ ਰਾਤ ਦੇ ਸਮੇਂ ਸੰਤ ਜੀ ਮਹਾਰਾਜ ਨੂੰ ਸਦਾ ਤੁਰਦੇ ਫਿਰਦੇ ਜਾਂ ਸਿਮਰਨ ਦੇ ਵਿੱਚ ਬੈਠਿਆਂ ਹੀ ਦੇਖਦੇ ਸੀ। ਕਦੀ ਲੇਟੇ ਹੋਏ ਜਾਂ ਸੁੱਤੇ ਹੋਏ ਨਹੀਂ ਸੀ ਦੇਖਿਆ। ਮਹਾਰਾਜ ਜੀਆਂ ਨੇ ਜਦੋਂ ਕੀਰਤਨ ਕਰਨਾ ਤਾਂ ਕੀਰਤਨ ਦੇ ਵਿੱਚ ਮਾਰਕੰਡੇ ਰਿਸ਼ੀ ਦਾ ਜਾਂ ਬਾਬਾ ਫਰੀਦ ਜੀ ਦੇ ਤਪ ਦਾ ਜ਼ਿਕਰ ਕਰਨਾ, ਦ੍ਰਿੜ ਲਗਨ ਵਾਲੇ ਧਰੂ ਦੀ ਸਾਖੀ ਸੁਣਾਉਣੀ, ਪ੍ਰਹਲਾਦ ਦੀ ਸੁਣਾਉਣੀ, ਨਾਮਦੇਵ ਜੀ ਦੀ ਸਾਖੀ ਸੁਣਾਉਣੀ, ਕਬੀਰ ਜੀ ਦੀ ਬੇਪਰਵਾਹੀ। ਤੋ ਇਸ ਪ੍ਰਕਾਰ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦਾ ਰਜਾ ਦੇ ਵਿੱਚ ਇੱਕ ਸੁਰ ਰਹਿਣ ਦੀ ਘਾਲਣਾ, ਗੁਰੂ ਅਮਰਦਾਸ ਮਹਾਰਾਜ ਜੀ ਦੀ ਅਖੰਡ ਅਣਥੱਕ ਸੇਵਾ। ਸੋ ਕੀਰਤਨ ਮਹਾਂਪੁਰਖ ਜਦੋਂ ਕਰਦੇ ਸਾਰੀ ਰਾਤ ਖੜੇ ਹੋ ਕੇ ਕੀਰਤਨ ਕਰਦੇ, ਲਾਈਟਾਂ ਬੁਝਾ ਦਿੰਦੇ, ਵਿਰਾਗ ਦੇ ਸ਼ਬਦ ਬਿਰਹੋਂ ਕੁੱਠੇ ਪ੍ਰਸੰਗ ਸੰਗਤਾਂ ਨੂੰ ਮਹਾਰਾਜ ਜੀ ਸੁਣਾਉਂਦੇ ਤੇ ਹੰਝੂਆਂ ਦੀ ਝੜੀ ਇਤਨੀ ਲੱਗਣੀ, ਕਈ ਵੇਰ ਹੰਝੂ ਸਰੀਰ ਤੋਂ ਤਿਲਕਦੇ ਚਰਨਾਂ ਤੇ ਡਿੱਗਦੇ ਸੀ ਆ ਕੇ। ਘੰਟਿਆਂ ਬੱਧੀ ਬਿਰਹੋਂ ਦੇ ਵਿੱਚ ਮਹਾਰਾਜ ਜੀਆਂ ਨੇ ਬੈਰਾਗ ਕਰਨਾ। ਜਦੋਂ ਬਿਰਹੋਂ ਦਾ ਵੇਗ ਵੱਧ ਜਾਣਾ ਤਾਂ ਫਿਰ ਧਾਰਨਾ ਪੜ੍ਹਨੀ, ਜਿਸ ਤਨ ਲੱਗੀਆਂ ਸੋਈ ਤਨ ਜਾਣੇ, ਕਿਸੇ ਦੀ ਲੱਗੀ ਕੌਣ ਜਾਣਦਾ। ਲਾਗੀ ਹੋਏ ਸੋ ਜਾਣੇ ਪੀਰ, ਰਾਮ ਭਗਤ ਅਨਿਆਲੇ ਤੀਰ। ਪਪੀਹੇ ਨਾਲ ਗੱਲਾਂ ਕਰਨੀਆਂ, ਆਖਣਾ ਪਪੀਹੇ ਆਪਾਂ ਦੋਵੇਂ ਇੱਕੋ ਜਿਹੇ ਦਰਦ ਦੇ ਸ਼ਿਕਾਰ ਹੋਏ ਹਾਂ। ਤੂੰ ਬੂੰਦ ਲਈ ਤਰਸਦਾ ਹੈ, ਮੈਂ ਆਪਣੇ ਪ੍ਰੀਤਮ ਦੇ ਦਰਸ਼ਨਾਂ ਲਈ ਤਰਸਦਾ ਹਾਂ। ਰਿੱਧੀਆਂ ਸਿੱਧੀਆਂ ਅਦ੍ਰਿਸ਼ ਵਿੱਚੋਂ ਬੇਨਤੀਆਂ ਕਰਦੀਆਂ, ਆਵਾਜ਼ਾਂ ਦਿੰਦੀਆਂ ਕਿ ਸਾਨੂੰ ਅੰਗੀਕਾਰ ਕਰੋ। ਮੈਂ ਹਜ਼ਾਰਾਂ ਮੀਲਾਂ ਦੀ ਦਿਵ ਦ੍ਰਿਸ਼ਟ ਦੇ ਸਕਦੀ ਹਾਂ। ਕੋਈ ਕਹੇ ਮੈਂ ਪ੍ਰੇਰਨਾ ਸ਼ਕਤੀ ਹਾਂ, ਮੈਨੂੰ ਅੰਗੀਕਾਰ ਕਰੋ। ਵੱਡੇ ਰਾਜੇ ਮਹਾਰਾਜੇ ਮੈਂ ਤੁਹਾਡੇ ਸੇਵਕ ਬਣਾ ਦਿਆਂਗੀ। ਕੋਈ ਕਹੇ ਮੈਂ ਅੰਤਰਜਾਮਤਾ ਹਾਂ, ਮੈਨੂੰ ਅੰਗੀਕਾਰ ਕਰੋ। ਪਰ ਮਹਾਂਪੁਰਸ਼ ਇਹਨਾਂ ਵੱਲ ਨਿਗਾਹ ਕਰਕੇ ਵੀ ਨਾ ਤੱਕਦੇ। ਰਿੱਧ ਸਿੱਧ ਅਵਰਾ ਸਾਧ ਅੰਤ ਰਿੱਧੀਆਂ ਸਿੱਧੀਆਂ ਦਾਸੀਆਂ ਦਾ ਰੂਪ ਧਾਰਨ ਕਰਕੇ ਚਰਨੀ ਆ ਲੱਗੀਆਂ। ਨਾਮ ਦੇ ਬਲ ਕਰਕੇ ਸੁਤੇ ਸਿੱਧ ਸੁਫਰਨ ਹੋ ਗਈਆਂ। ਸੋ ਇਸ ਪ੍ਰਕਾਰ ਮਹਾਰਾਜ ਜੀ ਦੀ ਹਜ਼ੂਰੀ ਰਹਿਣ ਵਾਲੇ ਸੇਵਾਦਾਰ ਦੱਸਦੇ ਹਨ ਕਿ ਕਈ ਵਾਰ ਹਨੇਰੀ ਰਾਤ ਵਿੱਚ ਜੇ ਕਿਸੇ ਪਹਿਰੇ ਵਾਲੇ ਪ੍ਰੇਮੀ ਨੇ ਹਜ਼ੂਰ ਦੇ ਭੋਰੇ ਉੱਧਰ ਜਾਣਾ, ਹਜ਼ੂਰ ਦੇ ਭੋਰੇ ਵੱਲ, ਤਾਂ ਬਹੁਤ ਉੱਚੇ ਫਨ ਵਾਲਾ ਜ਼ਹਿਰੀਲਾ ਨਾਗ ਭੋਰੇ ਦੇ ਅੱਗੇ ਨਿਰਤਕਾਰੀ ਕਰਦਾ ਨਜ਼ਰ ਆਉਣਾ। ਉਹਨੂੰ ਦੇਖ ਕੇ ਭੈ ਭੀਤ ਹੋ ਜਾਣਾ, ਪਿੱਛੇ ਮੁੜ ਆਉਣਾ। ਹੋਰ ਸੱਜਣਾ ਨੂੰ ਜਗਾ ਕੇ ਜਦੋਂ ਲਾਈਟ ਨਾਲ ਦੇਖਣਾ ਤਾਂ ਉਹ ਨਾਗ ਕਿਸੇ ਢੱਕ ਦੇ ਵਿੱਚ ਛਿਪਨ ਹੋ ਜਾਂਦਾ। ਫੇਰ ਖੋਜਿਆਂ ਤੇ ਵੀ ਨਹੀਂ ਸੀ ਲੱਭਦਾ। ਇਸ ਤਰ੍ਹਾਂ ਕਈ ਦ੍ਰਿਸ਼ ਸੇਵਾਦਾਰਾਂ ਨੇ ਆਪ ਅੱਖੀਂ ਦੇਖੇ। ਜਦੋਂ ਕਦੇ ਫੇਰ ਵੀ ਰਾਤ ਦੇ ਸਮੇਂ ਪਹਿਰੇ ਵਾਲੇ ਸੱਜਣਾ ਨੇ 2-4 ਵਾਰੀ ਉਸ ਸਰਪ ਨੂੰ ਹਜ਼ੂਰ ਦੀ ਗੁਫਾ ਅੱਗੇ ਲੰਮੇ ਪਿਆ ਅਥਵਾ ਫਣ ਖਿਲਾਰੀ ਖਰੋਤਿਆਂ ਜਾਂ ਕੁੰਡਲੀ ਮਾਰ ਕੇ ਬੈਠਿਆਂ ਵੇਖਿਆ
ਤਾਂ ਇੱਕ ਦਿਨ ਨਿਕਟਵਰਤੀ ਸੇਵਕ ਨੇ ਅਰਜ਼ ਕੀਤੀ, ਗਰੀਬ ਨਵਾਜ, ਆਪ ਜੀ ਹਨੇਰੀ ਰਾਤ ਵਿੱਚ ਰੌਸ਼ਨੀ ਤੋਂ ਬਗੈਰ ਬਾਹਰ ਨਾ ਜਾਇਆ ਕਰੋ। ਇੱਥੇ ਇੱਕ ਬਹੁਤ ਵੱਡਾ ਕਾਲੇ ਰੰਗ ਦਾ ਜ਼ਹਿਰੀਲਾ ਸੱਪ ਰਹਿੰਦਾ ਹੈ। ਮਤਾ ਆਪਣੇ ਕਰੂਰ ਸੁਭਾਅ ਅਨੁਸਾਰ ਕੋਈ ਖੇਦ ਪਹੁੰਚਾਵੇ। ਉਸ ਸਮੇਂ ਸੰਤ ਜੀ ਮਹਾਰਾਜ ਮੁਸਕਰਾਏ ਤੇ ਕਹਿਣ ਲੱਗੇ, ਪ੍ਰੇਮੀਓ, ਇਹ ਸਾਰੀ ਧਰਤੀ ਉਹਨਾਂ ਦੀ ਹੀ ਹੈ, ਜਿੱਥੇ ਮਰਜ਼ੀ ਤੁਰੇ ਫਿਰਨ, ਪਰ ਇਹ ਨਿਸ਼ਚਾ ਰੱਖੋ ਕਿ ਜਿਤਨੇ ਵੀ ਚਰਾਚਰ ਜੀਵ ਹਨ, ਇਹ ਸਾਰੇ ਪਰਮੇਸ਼ਰ ਦੇ ਹੁਕਮ ਦੇ ਵਿੱਚ ਕੰਮ ਕਰਦੇ ਹਨ। ਤੁਸੀਂ ਕਿਸੇ ਕਿਸਮ ਦਾ ਭੈ ਨਾ ਕਰੋ, ਇਹ ਤੁਹਾਨੂੰ ਕੁਛ ਨਹੀਂ ਕਹੇਗਾ। ਉਹ ਵੀ ਜਾਣ ਲੈਂਦੇ ਹਨ ਵੀ ਇਹ ਸਾਡਾ ਦੁਸ਼ਮਣ ਹੈ, ਸਾਨੂੰ ਮਾਰਨ ਵਾਸਤੇ ਆਇਆ ਹੈ, ਸੋ ਉਸੇ ਨੂੰ ਨੁਕਸਾਨ ਪਹੁੰਚਾਉਂਦੇ ਹਨ। ਪਰਮੇਸ਼ਰ ਦੇ ਪਿਆਰਿਆਂ ਦੇ ਬੂਹੇ ਅੱਗੇ ਤਾਂ ਉਹ ਸੇਵਾਦਾਰ ਬਣ ਕੇ ਪਹਿਰਾ ਦਿੰਦੇ ਹਨ। ਇਹ ਵੀ ਕੋਈ ਸਰਾਪੀ ਹੋਈ ਰੂਹ ਹੈ ਜੋ ਸੰਗਤ ਦੀ ਚਰਨ ਧੂੜ ਦੇ ਨਾਲ ਆਪਣਾ ਭਲਾ ਚਾਹੁੰਦੀ ਹੈ। ਫਿਰ ਉਸੇ ਸਮੇਂ ਬਾਈ ਗੁਰਬਚਨ ਸਿੰਘ ਜੀ ਨੇ ਅਰਜ਼ ਕੀਤੀ, ਮਹਾਰਾਜ ਜੀ, ਆਪ ਜੀ ਤਾਂ ਭੂਤ ਭਵਿੱਖਤ ਸਭ ਦੇ ਗਿਆਤਾ ਹੋ, ਕਿਰਪਾ ਕਰਕੇ ਦੱਸੋ ਜੀ, ਇਹ ਕੌਣ ਹੈ ਜਿਸ ਨੇ ਇਹੋ ਜਿਹੀ ਨਖਿੱਧ ਜੂਨੀ ਪ੍ਰਾਪਤ ਕੀਤੀ ਹੈ? ਤਾਂ ਹਜ਼ੂਰ ਕਹਿਣ ਲੱਗੇ, ਗੁਰਮੁਖੋ, ਮਨੁੱਖ ਨੂੰ ਕਿਸੇ ਚੀਜ਼ ਦਾ ਮਾਣ ਨਹੀਂ ਕਰਨਾ ਚਾਹੀਦਾ। ਇਹ ਮਾਣ ਜਿਹੜਾ ਹੈ ਸਾਰੇ ਪਾਪਾਂ ਦੀ ਜੜ੍ਹ ਹੈ। ਇਹ ਮੁਗਲਿਆ ਹਕੂਮਤ ਸਮੇਂ ਇਸ ਇਲਾਕੇ ਦੇ ਵਿੱਚ ਚੰਗਾ ਮੰਨਿਆ ਹੋਇਆ ਮਾਇਆਧਾਰੀ ਬੰਦਾ ਸੀ। ਮਾਇਆ ਵੀ ਇਹਨੇ ਪਾਪਾਂ ਦੇ ਨਾਲ ਇਕੱਠੀ ਕੀਤੀ ਹੋਈ ਸੀ, ਪਰ ਉਸ ਮਾਇਆ ਦੇ ਨਾਲ ਕੋਈ ਭਲਾ ਕੰਮ ਨਹੀਂ ਸੀ ਕਰਦਾ। ਹੰਕਾਰ ਦਾ ਬਹੁਤ ਇਹਨੂੰ ਬੁਖਾਰ ਚੜਿਆ ਹੋਇਆ ਸੀ। ਬਾਣੀ ਕਹਿੰਦੀ ਹੈ, ਧਾਏ ਧਾਏ ਕ੍ਰਿਪਨ ਸ਼ਰਮ ਕੀਨੋ, ਇਕੱਤਰ ਕਰੀ ਹੈ ਮਾਇਆ, ਦਾਨ ਪੁੰਨ ਨਹੀਂ ਸੰਤਨ ਸੇਵਾ, ਕਿਤਹੀ ਕਾਜ ਨਾ ਆਇਆ। ਇਹ ਹੰਕਾਰੀ ਬੰਦਾ ਸੀ। ਇੱਕ ਸਮਾਂ ਬਣਿਆ ਜਦੋਂ ਦੁਸ਼ਟ ਦਮਨ ਮੀਰੀ ਪੀਰੀ ਦੇ ਧਾਰਨ ਕਰਤਾ ਧੰਨ ਗੁਰੂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਉਹਨਾਂ ਨੇ ਇਸ ਧਰਤੀ ਤੇ ਆਪਣੇ ਚਰਨ ਪਾਏ। ਬੰਦੀ ਛੋੜ ਦਾਤੇ ਦਾ ਉਹ ਪਵਿੱਤਰ 52 ਕਲੀਆਂ ਵਾਲਾ ਚੋਲਾ ਅੱਜ ਵੀ ਕੁਢਾਣੀ ਕਲਾਂ ਨਗਰ ਵਿਖੇ ਪਿਆ ਹੈ, ਜਿਸ ਨਾਲ ਗਵਾਲੀਅਰ ਦੇ ਕਿਲੇ ਵਿੱਚੋਂ ਕਲੀਆਂ ਪਕੜਾ ਕੇ 52 ਰਾਜੇ ਰਾਜਪੂਤ ਆਜ਼ਾਦ ਕਰਵਾਏ ਸਨ। ਜਦੋਂ ਸਤਿਗੁਰੂ ਜੀ ਇਸ ਰਾੜੇ ਨਗਰ ਦੇ ਵਿੱਚ ਆਏ ਸੀ, ਤਦ ਆਪ ਤਾਂ ਜਿੱਥੇ ਹੁਣ ਗੁਰਦੁਆਰਾ ਸਾਹਿਬ ਹੈ ਰਾੜੇ ਸਾਹਿਬ, ਉੱਥੇ ਠਹਿਰੇ ਸਨ, ਪਰ ਸਤਿਗੁਰਾਂ ਦਾ ਡੇਰਾ ਇੱਥੇ ਬਾਹਰ ਢੱਕੀ ਦੇ ਵਿੱਚ ਉਤਰਿਆ ਸੀ। ਸਿੱਖਾਂ ਵਾਸਤੇ ਲੰਗਰ ਵੀ ਇੱਥੇ ਹੀ ਸਜਦਾ ਤੇ ਇਹਨਾਂ ਢੱਕਾਂ ਦੇ ਹੇਠ ਸਿੱਖਾਂ ਦੇ ਘੋੜੇ ਖੜੇ ਹੁੰਦੇ। ਤੰਬੂ ਲਗਾ ਕੇ ਸਿੱਖਾਂ ਨੇ ਰਹਿائش ਵੀ ਇੱਥੇ ਖੁੱਲੀ ਜਗ੍ਹਾ ਕੀਤੀ ਹੋਈ ਸੀ। ਤਦੇ ਹੀ ਸੋ ਹੁਣ ਇਸ ਜਗ੍ਹਾ ਕਠਨ ਤਪੱਸਿਆ ਤੇ ਕਥਾ ਕੀਰਤਨ ਦਾ ਪ੍ਰਵਾਹ, ਗੁਰੂ ਕੇ ਲੰਗਰ ਜਿਹੜੇ ਚੱਲ ਰਹੇ ਹਨ, ਇਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਚਰਨ ਪੈਣ ਕਰਕੇ ਹੋਇਆ ਹੈ। ਸਮਾਂ ਪਾ ਕੇ ਇਹ ਸਾਰੀ ਧਰਤੀ ਜੋ ਅਜੇ ਆਬਾਦ ਨਹੀਂ, ਇਹ ਆਬਾਦ ਹੋ ਜਾਵੇਗੀ। ਇਹ ਢੱਕ ਤੇ ਪਲਾਹ ਕਿਤੇ ਨਜ਼ਰ ਨਹੀਂ ਆਉਣੇ। ਜਿੱਥੇ ਹੁਣ ਵੱਡਾ ਵੱਡਾ ਸਰਵਾੜ ਖਰਾ ਦਿਸਦਾ ਹੈ, ਸੋ ਇੱਥੇ ਬਹੁਤ ਸੁੰਦਰ ਰਚਨਾ ਹੋ ਜਾਏਗੀ। ਸੋ ਇਸ ਪ੍ਰਕਾਰ ਮਹਾਂਪੁਰਖਾਂ ਨੇ ਇਸ ਚੌਧਰੀ ਬਾਰੇ ਅੱਗੇ ਹੋਰ ਦੱਸਿਆ ਕਿ ਚੌਧਰੀ ਸਤਿਗੁਰਾਂ ਦਾ ਆਉਣਾ ਸੁਣ ਕੇ ਉਸ ਸਮੇਂ ਦਰਸ਼ਨਾਂ ਨੂੰ ਤਾਂ ਆਇਆ, ਪਰ ਹੰਕਾਰ ਦੇ ਨਾਲ ਇਹਦੀ ਧੌਣ ਆਕੜੀ ਰਹੀ। ਗਰਦਨ ਦੇ ਵਿੱਚ ਮਾਇਆ ਦਾ ਕਿੱਲਾ ਠੁਕਿਆ ਹੋਇਆ ਸੀ, ਜਿਸ ਕਰਕੇ ਨਾ ਸਤਿਗੁਰਾਂ ਨੂੰ ਨਾ ਇਹਨੇ ਆ ਕੇ ਨਮਸਕਾਰ ਕੀਤੀ, ਨਾ ਹੀ ਕਿਸੇ ਸਿੱਖ ਨੂੰ ਬੁਲਾਇਆ। ਬਾਦਸ਼ਾਹੀ ਬੰਦਾ ਸੀ, ਹੰਕਾਰ ਦਾ ਭਰਿਆ, ਰਾਜਸੀ ਠਾਠ ਵੇਖ ਕੇ ਤਰਕਾਂ ਕਰਦਾ ਹੋਇਆ ਵਾਪਸ ਮੁੜ ਗਿਆ। ਮਾਇਆ ਦੇ ਪਾਸ ਹੁੰਦਿਆਂ ਹੋਇਆਂ ਭਾਗਾਂ ਤੋਂ ਹੀਣਾ ਇਹ ਕੋਈ ਲਾਭ ਨਾ ਖੱਟ ਸਕਿਆ, ਮਹਾਰਾਜ ਦੀ ਸੇਵਾ ਨਾ ਕਰ ਸਕਿਆ, ਜਿਸ ਦੇ ਫਲ ਕਰਕੇ ਮਰਨ ਤੋਂ ਬਾਅਦ ਸੱਪ ਦੀ ਜੂਨ ਮਿਲੀ। ਕਾਫੀ ਸਮੇਂ ਤੋਂ ਕਈ ਮੀਲਾਂ ਦੇ ਏਰੀਏ ਵਿੱਚ ਇੱਥੇ ਹੀ ਘੁੰਮੀ ਜਾਂਦਾ ਹੈ। ਹੁਣ ਵਾਜੇ ਦੀਆਂ ਮਿੱਠੀਆਂ ਸੁਰਾਂ ਉਹਦੇ ਤੇ ਮਸਤ ਹੋ ਕੇ ਹੋਰ ਕਿਤੇ ਜਾਣਾ ਛੱਡ ਕੇ ਮਨ ਦੀ ਸ਼ਾਂਤੀ ਲਈ ਇੱਥੇ ਸਾਡੇ ਨੇੜੇ ਟਿਕਿਆ ਹੋਇਆ ਹੈ।
ਹਰ ਰੋਜ਼ ਗੁਰਬਾਣੀ ਸੁਣਦਾ ਹੈ। ਉਸ ਸਮੇਂ ਗੁਰੂ ਸਾਹਿਬ ਦੇ ਦਰਸ਼ਨਾਂ ਦਾ ਫਲ ਇਹਨੂੰ ਹੁਣ ਮਿਲ ਰਿਹਾ ਹੈ, ਜੋ ਕਥਾ ਕੀਰਤਨ ਇਹਦੇ ਕੰਨੀ ਪੈ ਰਿਹਾ ਹੈ। ਇਹਦਾ ਮਹਾਤਮ ਮਹਾਂਪੁਰਖ ਕਹਿੰਦੇ ਇਹ ਹੋਵੇਗਾ, ਇਹ ਥੋੜ੍ਹੇ ਦਿਨਾਂ ਤੱਕ ਇਸ ਦੁਖਦਾਈ ਜੂਨੀ ਤੋਂ ਛੁਟਕਾਰਾ ਪ੍ਰਾਪਤ ਕਰ ਲਵੇਗਾ। ਪਰ ਤੁਸੀਂ ਇਹ ਤੋਂ ਡਰੋ ਨਾ, ਇਹ ਤੁਹਾਨੂੰ ਕੁਛ ਨਹੀਂ ਕਹੇਗਾ। ਹਜ਼ੂਰ ਦੀ ਰਸਨਾ ਤੋਂ ਇਹ ਸਾਰਾ ਪ੍ਰਸੰਗ ਸੁਣ ਕੇ ਪ੍ਰੇਮੀ ਬੜੇ ਹੈਰਾਨ ਹੋਏ ਤੇ ਸਭਨਾਂ ਦਾ ਮਨ ਗਦ-ਗਦ ਕਰ ਗਿਆ। ਸ਼ਰਧਾ ਦੇ ਨਾਲ ਸਭ ਦੀਆਂ ਧੌਣਾਂ ਝੁਕ ਗਈਆਂ। ਇਉਂ ਬਚਨ ਕਰਕੇ ਮਹਾਂਪੁਰਸ਼ਾਂ ਨੇ ਸਿੰਘਾਂ ਦੇ ਮਨ ਦਾ ਡਰ ਜਿਹੜਾ ਸੀ ਉਹ ਦੂਰ ਕੀਤਾ। ਦੂਸਰੇ ਦਿਨ ਫਿਰ ਉਹ ਸਰਪ ਆਇਆ ਨਹੀਂ। ਤੀਸਰੇ ਦਿਨ ਚੜ੍ਹਦਿਆਂ ਜਦੋਂ ਸੇਵਾਦਾਰਾਂ ਨੇ ਸੰਤ ਜੀ ਮਹਾਰਾਜ ਦੇ ਗੁਫਾ ਦੇ ਪਿਛਲੇ ਪਾਸੇ ਦੇਖਿਆ ਤਾਂ ਉਹ ਸਿਰ ਸਿੱਟ ਕੇ ਮਹਾਂਪੁਰਸ਼ਾਂ ਦੀ ਗੁਫਾ ਵੱਲ ਨੂੰ ਮੂੰਹ ਕਰਕੇ ਮਰਿਆ ਪਿਆ ਸੀ। ਮਹਾਂਪੁਰਖਾਂ ਪਾਸ ਬੇਨਤੀ ਕੀਤੀ ਤਾਂ ਉਹਨਾਂ ਨੇ ਟੋਆ ਪਟਵਾ ਕੇ ਇਹਨੂੰ ਦਬਾ ਦਿੱਤਾ, ਉੱਪਰ ਕੱਪੜਾ ਵੀ ਪਾਇਆ। ਤੋ ਇਸ ਪ੍ਰਕਾਰ ਮਹਾਂਪੁਰਖਾਂ ਦੇ ਚਰਨਾਂ ਦੇ ਵਿੱਚ ਅਨੇਕਾਂ ਹੀ ਖੇਡਾਂ ਵਰਤਦੀਆਂ। ਹਜ਼ੂਰ ਦੇ ਚਰਨ ਸੇਵਕ ਸਿੰਘਾਂ ਦੇ ਵਿੱਚ ਭਜਨ ਸਿਮਰਨ ਦਾ ਇਤਨਾ ਸ਼ੌਂਕ ਸੀ ਕਿ ਹਰ ਕੋਈ ਇੱਕ ਦੂਜੇ ਤੋਂ ਅੱਗੇ ਵਧਣਾ ਚਾਹੁੰਦਾ ਸੀ। ਸਵੇਰੇ ਇਸ਼ਨਾਨ ਸਮੇਂ ਜਿਹਨੇ ਵੀ ਹਲਟੀ ਜਾਂ ਗਾਦੀ ਦਾ ਹੈਂਡ ਪੰਪ ਦਾ ਡੰਡਾ ਫੜ ਲਿਆ, ਫਿਰ ਉਹ ਇਕੱਲਾ ਹੀ ਸਾਰੀ ਸੰਗਤ ਦੇ ਇਸ਼ਨਾਨ ਕਰਵਾ ਕੇ ਹੀ ਹਟਦਾ। ਜਿਹੜੇ ਮੋਨੀ ਸਿੰਘ ਸੀਗੇ ਇਹ 12:30 ਵਜੇ ਤੇ ਦਿਨ ਦੇ ਸਮੇਂ ਸੇਵਾ ਕਰਨ ਵਾਲੀ ਆਮ ਸੰਗਤ 2 ਵਜੇ ਤਾਂ ਸਾਰੇ ਜਾਗ ਹੀ ਪੈਂਦੇ ਸੀ। ਪਰ ਕਈਆਂ ਪ੍ਰੇਮੀਆਂ ਨੇ ਬੈਰਾਗ ਵਿੱਚ ਆਇਆ ਇੱਕ ਦੂਜੇ ਨਾਲ ਜਿੱਦ ਕਰਕੇ ਸਾਰੀ ਰਾਤ ਤੇ ਸਾਰਾ ਦਿਨ ਜਾਗਣ ਦਾ ਜਿਹੜਾ ਪ੍ਰਣ ਕੀਤਾ। ਪਰਮਾਰਥੀ ਪਾਂਧੀ ਨੂੰ ਜੋ ਸਾਰੀ ਰਾਤ ਜਾਗ ਕੇ ਭਜਨ ਕਰਦਾ ਹੈ, ਸੰਤ ਜੀ ਮਹਾਰਾਜ ਨੇ ਇੱਕ ਪੱਕੀ ਮਾਲਾ ਭਾਵ ਕਿ 108 ਮਾਲਾ ਮੂਲ ਮੰਤਰ ਦੀਆਂ ਜਾਪ ਦੀਆਂ ਲਾਈਆਂ ਹੋਈਆਂ ਸਨ। ਉਹ ਲਗਾਤਾਰ ਬੈਠਿਆਂ ਜੇ ਕੋਈ ਕਰੇ ਤਾਂ 10-11 ਘੰਟਿਆਂ ਵਿੱਚ ਹੋ ਸਕਦੀਆਂ ਹਨ। ਬਾਕੀ ਨਿਤਨੇਮ ਵੱਖਰਾ ਕਰਦੇ ਸੀ। ਸੋ ਇਹੋ ਜਿਹੇ ਸ਼ੌਂਕ ਵਾਲੇ ਵੀ ਜਿਨ੍ਹਾਂ ਦਾ ਦਿਮਾਗ ਤਕੜਾ ਹੁੰਦਾ 10-12 ਸਰੀਰ ਸਨ। ਸੋ 1.25 ਲੱਖ ਮੂਲ ਮੰਤਰ ਦਾ ਪਾਠ ਥੋੜ੍ਹੇ ਦਿਨਾਂ ਵਿੱਚ ਹੀ ਕਰ ਲੈਂਦੇ। ਇਸ ਤਰ੍ਹਾਂ ਸਿਲਸਿਲਾ ਜਿਹੜਾ ਹੈ ਉਹ ਕਈ ਸਾਲਾਂ ਤੱਕ ਚੱਲਦਾ ਰਿਹਾ। ਜਿੱਥੇ ਇਤਨੀ ਤਪੱਸਿਆ ਹੋ ਰਹੀ ਹੋਵੇ, ਭਲਾ ਦੱਸੋ ਉੱਥੇ ਕਿਹੜੀ ਚੀਜ਼ ਦਾ ਘਾਟਾ ਹੋ ਸਕਦਾ ਹੈ। ਸੰਸਾਰਕ ਪਦਾਰਥ ਰਿੱਧੀਆਂ ਸਿੱਧੀਆਂ ਮੁਕਤੀਆਂ ਉਹ ਤਾਂ ਉੱਥੇ ਬਦੋ ਬਦੀ ਧੱਕੇ ਦੇ ਨਾਲ ਦਰਵਾਜ਼ੇ ਤੋਂ ਅੰਦਰ ਆਉਣਾ ਚਾਹੁੰਦੀਆਂ ਹਨ। ਪਰ ਗੁਰਸਿੱਖ ਜਿਹੜੇ ਹੁੰਦੇ ਨੇ ਉਹ ਇਹਨਾਂ ਚੀਜ਼ਾਂ ਨੂੰ ਅਵਰਾ ਸਾਧ ਜਾਣਦੇ ਹਨ। ਰਿੱਧ ਸਿੱਧ ਅਵਰਾ ਸਾਧ ਕਈ ਬੈਕੁੰਠ ਨਹੀਂ ਲਵੈ ਲਾਗੈ, ਮੁਕਤ ਬਪੜੀ ਭੀ ਗਿਆਨੀ ਤਿਆਗੇ। ਇੱਕ ਵੇਰਾ ਹਜ਼ੂਰੀਏ ਸੇਵਾਦਾਰ ਬਾਬਾ ਨਾਰ ਸਿੰਘ, ਗਿਆਨੀ ਮੇਹਰ ਸਿੰਘ ਤੇ ਨਵੇਂ ਪਿੰਡ ਦੇ ਭਾਈ ਨਰੈਣ ਸਿੰਘ ਨੇ ਬੜਾ ਹੱਠ ਕੀਤਾ ਕਿ ਦੇਖੀਏ ਆਪਣੇ ਤਿੰਨਾਂ ਦੇ ਵਿੱਚੋਂ ਕਿਹੜਾ ਪ੍ਰੇਮੀ ਸਭ ਤੋਂ ਵੱਧ ਅਨੀਂਦਰਾ ਕੱਟਦਾ ਹੈ। ਸੋ ਇਸ ਤਰ੍ਹਾਂ ਨਾਲ ਪ੍ਰਣ ਕਰ ਲਿਆ। ਭਾਈ ਨਰੈਣ ਸਿੰਘ ਤਾਂ ਨੀਂਦ ਦੇ ਜ਼ੋਰ ਨਾਲ ਦੂਸਰੀ ਰਾਤ ਨੂੰ ਹੀ ਬੈਠਾ ਹੀ ਡਿੱਗ ਪਿਆ। ਪਰ ਗਿਆਨੀ ਮੇਹਰ ਸਿੰਘ ਤੇ ਬਾਬਾ ਨਾਹਰ ਸਿੰਘ ਬਿਨਾਂ ਸੁੱਤਿਆਂ 3 ਰਾਤਾਂ ਤੇ 3 ਦਿਨ ਉਹਨਾਂ ਨੇ ਕੱਟ ਲਏ। ਜਦੋਂ ਨੀਂਦ ਨੇ ਵਧੇਰੇ ਜ਼ੋਰ ਪਾਉਣਾ ਤਾਂ ਟਹਿਲਣ ਲੱਗ ਜਾਣਾ। ਪਰ ਫੇਰ ਵੀ ਬਹੁਤਾ ਹੱਠ ਕਰਕੇ ਔਖ ਕੱਟ ਕੇ ਇੱਕ ਦੂਜੇ ਨਾਲ ਰਹਿ ਕੇ ਇਹ ਇਕੱਲਾ ਛੱਡਿਆ ਵੀ ਸੌਂ ਜਾਵੇਗਾ, ਇੱਕ ਦੂਜੇ ਦੇ ਨਾਲ ਰਹਿਣਾ। ਤੁਰਦਿਆਂ 4 ਮੀਲ ਦਾ ਚੱਕਰ ਕੱਟ ਕੇ ਖਟੜਿਆਂ ਦੇ ਪੁਲ ਤੋਂ ਬਿਲਾਸਪੁਰ ਤੱਕ ਬਾਣੀ ਪੜ੍ਹਦੇ ਰਹਿਣਾ। ਚੌਥੇ ਦਿਨ ਨੀਂਦ ਨੇ ਐਸਾ ਜ਼ੋਰ ਪਾਇਆ ਕਿ ਤੁਰਨ ਸਮੇਂ ਅੱਖਾਂ ਅੱਗੇ ਹਨੇਰਾ ਆ ਜਾਣਾ। ਰਾਹ ਛੱਡ ਕੇ ਨਹਿਰ ਕੰਢੇ ਜਾ ਚੜ੍ਹਨਾ। ਇਹ ਦੋਹਾਂ ਨੇ ਹੱਠ ਤਾਂ ਬੜਾ ਕੀਤਾ, ਪਰ ਇਸ ਕੰਮ ਦੇ ਵਿੱਚ ਨੀਂਦ ਨੂੰ ਜਿੱਤਣ ਵਾਸਤੇ ਬਾਬਾ ਨਾਹਰ ਸਿੰਘ ਹੀ ਸਫਲ ਰਿਹਾ। ਇਹ ਹੋਰ ਵੀ ਸੱਜਣ ਇੱਕ ਦੂਜੇ ਤੋਂ ਪਹਿਲਾਂ ਜਾਗਣ ਦੀ ਕੋਸ਼ਿਸ਼ ਕਰਦੇ। ਸ਼ੌਂਕ ਸੀ ਭਗਤੀ ਦਾ। ਉਸ ਸਮੇਂ ਜਿਹੜੀ ਢੱਕੀ ਹੈ ਇਹ ਰਿਸ਼ੀਕੇਸ਼ ਵਾਂਗੂ ਇੱਕ ਤਪੋਵਨ ਭਜਨ ਸਿਮਰਨ ਦਾ ਨਮੂਨਾ ਬਣਿਆ ਹੋਇਆ ਸੀ।
चिट्टियां चादरां वाली संत मंडली नहर दे कंढे पालो पाल इउं दृष्टि आउंदी जिवें नीले बदलों विच तारे चमकदे हन। सबनां दे विचकार शांति दा दाता, अमृत दा सोमा, बरां दा धनी, पुन्यां दे चंद्रमा समान हजूर महाराज उन्हां दा पवित्र चेहरा चमकदा प्रकाश दिंदा। इहो जिही सतोमई रचना वेखण वालियां नूं वेख के देश काल भुल जांदा। भिन्नी रैनड़िए चमकन तारे, जागह संत जना मेरे राम प्यारे। हजूर बैरागमई उपदेश करदे कि गुरसिखो ये समा बहुत दुर्लभ है, इहदी कदर करो। लाल दास उठ भजन कर, आलस नींद विसार, रथ बगाना कारज अपना शीघ्र लिहो सवार। भाव शरीर रूपी रथ तां बगाना है, परमेश्वर वालों कुछ समय लई मिलिया है, ये वापस ले लिया जाएगा। टलियो जात है ये समा, टेरत हैं सब साध, कर टाला अब कपट ते, शुद्ध होए नाम अराध। समा तोहे छल जाए, सकौ तो समा छल लीजै, बह्यो जात नद न्याय। घड़ी पल पल तन चीजै, गई गई सो गई रही, सो अब करिए। जिह कीए सुख होए कठन भव सागर तरिए। सो इस प्रकार श्री दसम दी बाणी विच महाराज कहंदे ने, काल ही काल उचारत काल, गयो एह काल सभ्यो छल जै। कल चुकी है बीत वस तो दूर नसाई, भलक अजे है दूर नहीं विच हत्थां आई। अज असाडे कोल पर विच फिकरां लाई, कल भलक नूं सोच अजे मुफ्त गवाई। हो संभल संभाल इस अज नूं, ए बीते महारस पींदियां, हर रस विच मत्ते खीवियां, हर रंग हर कीरत चाउंदियां। बीत गई दी याद पई हड्डां नूं खावे, आउण वाली दा सहम पिया मन नूं भटकावे। बीत गई सो बीत गई ये मन्नण सब सियाणे, पर बीती ना भुल्ले सानू देवे दुख धिंगाणे। बीत गई तो सिक्ख्या लै लै अग्गा कोई सवारे, दाना सुगड़ सियाणा ओही हिम्मत मूल न हारे। है तेरे आगाज से साबत तेरा अंजाम भी, सुबह का होना बताता है कि होगी शाम भी। सो इस प्रकार महापुरुषों ने समय की संभाल बाबत बहुत तरह के बचन महाराजियां ने जग्यासू जना की झोली पाने। जग आए भजन करन को भजन न कीता मूड़े, खाली उठ चले सौदागर कर गए सौदे कूड़े। वो वेला आउंदा नहीं जो हथों गवाच गया, वो जोवन थ्याउंदा नहीं जो पतरा बाच गया। पानी दरियावां दे एक वार जो वह गए ने, नहीं आउंदे मुड़ पत्तना ते इउं दाने कह गए ने। समा तुरिया जांदा है अटकदा नहीं, सो इसनूं व्यर्थ गवाउंदे हन। जो इसनूं व्यर्थ गवाउंदे हन वो अंत नूं पछताउंदे हन। इहनूं संभालना करो। समय दी हर पल साडे समय दी हर पल जो है साडे अगे आण के आखदी है कि मैं मालिक दी दात हाँ, मैनूं सफला कर। जो उसनूं संभालदा नहीं, जिहड़ा समा है जो पल है उहनूं उडीकदे नहीं हन। समय दी तेजी ਅਤੇ त्रिखापन ਤਾਂ इस तरह ਦਾ है। रही वास्ते घत समय ने एक न मन्नी, फड़ फड़ रही धरीक समय खिसकाई कन्नी। किवें न सकी रोक अटक सब इसने भन्नी, त्रिखे अपने वेग गया टप बन्ने बन्नी। हो अजे संभाल इस समय नूं कर सफल उडंदा जामदा, ये ठहर जाच न जानदा लंघ गया ना मुड़ के आमदा। सो इस प्रकार महापुरख समय की संभाल बाबत बड़े बचन करते। अल्फ आया सै लाल विहाजणे नूं वणज कोयलियां दा काहनूं पा बैठो। तैनूं हुक्म कस्तूरी खरीदणे दा ढेर हिंग जवैण दा ला बैठो। की दे जवाब उस शाह ताईं
जिस दी रकम नूं खत्म करा बैठो, रहीम बख्श सौदागरी करने आयो, चोर हट्टियां मुफ्त सदा बैठो। सो इस प्रकार महापुरुष पावन धरती ते इस तरह दे नाल जग्यासू जनां नूं उपदेश दिंदे ते इत्थे दा जिहड़ा माहौल सी वो बहुत आनंदमई बनिया होया सी। सो पहला पहला महाराजियां दे पास जदों अजे तक कोई सज्जण नहीं सी आया, दोवें महापुरुष ही रहिंदे सन। आकाशी बिरती धारण करके सिमरन विच जुड़े रहिंदे। जदों नज़दीक दे नगरां विच किसी खास प्रेमी दे घर चरण पाउंदे तां उन्हां वल्लों भेटा कीती होई माया नूं उत्थे ही छड्ड के आ जांदे, जिस नूं एक दो मगर लगे पिंडां दे नवें अकाली सज्जणां ने चुक के अपने निजी कंमां दे विच वरतना शुरू कर दिता। संत जी महाराज तां शुरू तो ही इस पासे वल ध्यान ही नहीं सी दिंदे। फिर उन्हां नूं होर मूँह पै गया, जिस पिंड जाना उन्हां ने नाल तुर पैना। पहलां संतां दे नाल उत्थे चंगा छकना छकाउणा, फिर भोग तो उपरंत प्रेमियां वल्लों भेटा कीती माया जेब दे विच पा के आखना, संत तां त्यागी हन, इन्हां ने माया की करनी है। हौली हौली इन्हां नाल होर पिंडां दे भी नवें नवें अकाली मिल पए, जिन्हां ने इकट्ठियां हो के माया नूं नजायज़ तरीके नाल गुरमत तो विरुद्ध नशियां विच भी वरतना शुरू कर दिता। सो पूजा दे धान ने इन्हां दी होर भी मत मार दित्ती। सो इस प्रकार समा पा के संत जी महाराज दे चरणां दे विच होर प्रेमी भी जुड़ गए, जिस करके हरेक चीज़ की लोड़ पैंदी। मंग किसी पासों कर नहीं सी सकते, मर्यादा नहीं सी। जदों पिंडां दे श्रद्धालु प्रेमियां नूं पता लगा कि साडे वल्लों भेटा कीती माया तां संतां कोल पुजदी नहीं, फिर वो इस गल ते आप कंट्रोल करन लग पे। भावें संत जी महाराज दा इस पासे वल बिल्कुल ख्याल नहीं सी, पर फिर भी उन्होंने अपनी भावना अनुसार माया चक लैनी ते लंगर दा समान खरीद के राड़े साहब भेज देना। माया नूं हुण जिहड़े पहलां चकदे सी वो सज्जण हुण दुखी होण लग पे, क्योंकि उन्हां दी जिहड़ी शरधा सी वो मतलबी सी, माया करके नाल तुरे होए सी। मनमुखां केरी दोस्ती माया का संबंध, वेखदियां ही भज जान कदे न पायन बंद। अखीर जदों हुण उन्हां दा माया वल्लों हथ पैणों हट गया, उन्हां ने फिर संतां दी निंदिया करनी शुरू कर दी। घलोटी, घणगसां, मुकंदपुर होर भी कई पिंडां दे लोग शामिल हो गए। वो आपस विच मिल के कहण लगे असीं संतां तो हिसाब मंगना है, ते उन्हां नूं कहना है कि तुसीं भी साडे वांगू नीली दस्तार सजाया करो ते अकाली लहर दा प्रचार करिया करो। संतां नूं ये भी आखना है कि तुसीं मत्था क्यों टकाउंदे हो, जो तुहाडे कोल इन्नी माया आउंदी है इहनूं तुसीं कित्थे खर्च करदे हो। उन्हां दा ख्याल सी कि संत डर के सानूं चंगा गफ्फा देणगे। ये उन्हां मनमतियां ने जदों संत जी महाराज कोल आके कहना कीता तां हजूर मुस्करा के कहण लगे, प्रेमियो धन भाग, जी आयां नूं तुसीं बड़ी किरपा कीती जो सानूं दर्शन बख्शे हन, कोई सेवा दसो। असीं तां पहलां ही गुरु नानक महाराज जी दे मत दा नरोल गुरबाणी दा धार्मिक प्रचार कर रहे हां, ना अज तक किसी पार्टी विच हिस्सा लिया ते ना ही अगे नूं लैना है। तनो मनो गुरु पंथ दे नाल हां। साधुआं वास्ते, विहंगमां वास्ते, अभिभागतां वास्ते लंगर हमेशा चलदा है। आराम करन वास्ते कमरे बने हुए हैं। 2 समय कथा कीर्तन का प्रवाह चल रहा है। मंग साडी किसी कोलों कोई है नहीं, इकट्ठा करके कुछ रखिया नहीं। जो पदार्थ परालब्ध अनुसार महाराज भेज दिंदे हैं उन्होंने वंड के छक लैंदे हाँ। हिसाब ना किसी पासों लैंदे हाँ ते ना असीं किसी नूं हिसाब देना है, ना ही साडे कोल कोई वस्तु जमा है। गुरु घर दे विच केसरी, सुरमई, सफेद ये रंग जायज़ हैं। इउं असीं भी अपने बजुर्गों की मर्यादा अनुसार विहंगमी बाणा धारिया है।
ਤੇ ਸਫੇਦ ਦਸਤਾਰ ਬੰਨ੍ਹਦੇ ਹਨ। ਕਿਸੇ ਦੇ ਦਬਾਅ ਹੇਠ ਆ ਕੇ ਜੇ ਦਸਤਾਰ ਦਾ ਰੰਗ ਬਦਲ ਲਈਏ ਤਾਂ ਇਹ ਹੋ ਨਹੀਂ ਸਕਦਾ। ਅਸੀਂ ਸਤਿਕਾਰ ਹਰ ਇੱਕ ਦਾ ਕਰਦੇ ਹਾਂ, ਕਿਸੇ ਵੀ ਰੰਗ ਤੇ ਸਾਨੂੰ ਕੋਈ ਤਰਕ ਨਹੀਂ ਹੈ। ਭਾਵੇਂ ਮਹਾਂਪੁਰਸ਼ਾਂ ਦੇ ਇਹ ਬਚਨ ਸਾਰੇ ਹੀ ਬਿਲਕੁਲ ਸੱਤ ਸਨ, ਪਰ ਇਹ ਜੋ ਮਨ ਵਿੱਚ ਇੱਛਾ ਲੈ ਕੇ ਆਏ ਸੀ ਵੀ ਸੰਤ ਸਾਨੂੰ ਡਰ ਕੇ ਮਾਇਆ ਦਾ ਗੱਫਾ ਦੇਣਗੇ, ਉਹ ਪੂਰੀ ਨਾ ਹੋਈ। ਫਿਰ ਇਹਨਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ, ਇਸ਼ਤਿਹਾਰ ਵੀ ਛਪਵਾਏ ਤੇ ਇਹਨਾਂ ਪਾਸ ਵੀ ਚੋਰ ਡਾਕੂ ਆਉਂਦੇ ਇੱਦਾਂ ਲਿਖਿਆ। ਗੌਰਮੈਂਟ ਨੂੰ ਵੀ ਖਬਰਾਂ ਕੀਤੀਆਂ। ਗੌਰਮੈਂਟ ਨੇ ਗੁਪਤ ਤੌਰ ਤੇ CID ਵਾਲੇ ਆਦਮੀ ਭੇਜੇ, ਪਰ ਉਹਨਾਂ ਨੂੰ ਉੱਥੋਂ ਕੁਝ ਮਿਲਿਆ ਹੀ ਨਾ ਤੇ ਵਿਰੋਧੀ ਹਾਰ ਗਏ। ਫਿਰ ਵਿਰੋਧੀਆਂ ਵੱਲੋਂ ਹੋਛੇ ਹਥਿਆਰ ਦੀ ਵਰਤੋਂ ਕੀਤੀ। ਉਹ ਕੀ ਸੀ? ਸਿਆਲੇ ਦੀ ਰੁੱਤ, ਸੋ ਅੱਤ ਦੀ ਸਰਦੀ, ਮਾਇਆ ਦੇ ਲਾਲਚ ਵਿੱਚ ਫਸਾ ਕੇ ਇਹਨਾਂ ਵਿਰੋਧੀ ਲੋਕਾਂ ਨੇ ਇੱਕ ਨੌਜਵਾਨ ਲੜਕੀ ਨੂੰ ਸੰਤ ਜੀ ਮਹਾਰਾਜ ਦੀ ਪ੍ਰੀਖਿਆ ਲੈਣ ਵਾਸਤੇ ਭੇਜਿਆ। ਜੜ ਚੇਤਨ ਤੇ ਸੂਖਮ ਰੂਪ ਧਾਰ ਕੇ ਮਾਇਆ ਜਿਹੜੀ ਹੈ ਕਈ ਰੂਪਾਂ ਦੇ ਵਿੱਚ ਸੰਤਾਂ ਦੀ ਪਰਖ ਕਰਦੀ ਹੁੰਦੀ ਹੈ। ਵਿਆਪਤ ਹਰਖ ਸੋਗ ਵਿਸਥਾਰ, ਵਿਆਪਤ ਸੁਰਗ ਨਰਕ ਅਵਤਾਰ। ਇਉਂ ਮਾਇਆ ਵੱਲੋਂ ਸਮੇਂ-ਸਮੇਂ ਸਤਿਪੁਰਖਾਂ ਦੀ ਪਰਖ ਹੁੰਦੀ ਰਹੀ ਹੈ। ਪੂਰਨ ਸਾਧੂ ਕਸਵੱਟੀ ਤੇ ਪੂਰਾ ਉਤਰ ਜਾਂਦਾ ਹੈ। ਇਉਂ ਮਾਇਆ ਆਪਣਾ ਚੇਤਨ ਰੂਪ ਧਾਰ ਕੇ ਸੰਤ ਜੀ ਮਹਾਰਾਜ ਦੇ ਸਾਹਮਣੇ ਆਈ, ਜੋ ਉਸ ਸਮੇਂ ਇਸ਼ਨਾਨ ਕਰਕੇ ਸਮਾਧੀ ਵਿੱਚ ਲੀਨ ਹੋਣ ਵਾਸਤੇ ਅਜੇ ਆਪਣੇ ਆਸਣ ਤੇ ਬੈਠੇ ਹੀ ਸਨ। ਸੇਵਾਦਾਰ ਥੋੜ੍ਹਾ ਜਿਹਾ ਦੂਰ ਟਹਿਲ ਰਿਹਾ ਸੀ। ਜਦੋਂ ਇਸ ਸਮੇਂ ਇਕੱਲੀ ਲੜਕੀ ਉਸ ਨੂੰ ਆਇਆ ਮਹਾਂਪੁਰਖਾਂ ਨੇ ਦੇਖਿਆ ਤੇ ਇਸ ਦੀ ਵਾਸ਼ਨਾ ਮੰਦ ਭਾਵਨਾ ਅਨੁਭਵ ਕੀਤੀ, ਤਾਂ ਸੇਵਾਦਾਰ ਨੂੰ ਮਹਾਰਾਜ ਨੇ ਆਵਾਜ਼ ਦਿੱਤੀ। ਤਾਂ ਬਾਬਾ ਨਾਹਰ ਸਿੰਘ ਦੌੜ ਕੇ ਕੋਲ ਆਇਆ ਤੇ ਇੱਕ ਓਪਰੀ ਤੀਵੀਂ ਨੂੰ ਬੇਵਕਤ ਅੱਧੀ ਰਾਤ ਨੂੰ ਆਇਆ ਹੋਇਆ ਜਾਣ ਕੇ ਹੋਰ ਪ੍ਰੇਮੀਆਂ ਨੂੰ ਵੀ ਸੱਦ ਲਿਆ। ਸਾਰੇ ਪ੍ਰੇਮੀ ਇਕੱਠੇ ਹੋ ਗਏ। ਕਈ ਕੁ ਤੇਜ਼ ਸੁਭਾਅ ਵਾਲੇ ਇਹਨੂੰ ਮਾਰਨ ਲੱਗੇ, ਪਰ ਹਜ਼ੂਰ ਨੇ ਉਹਨਾਂ ਸੱਜਣਾ ਨੂੰ ਕਿਹਾ, ਗੁਰਮੁਖੋ, ਇਹ ਵਿਰੋਧੀ ਪਾਰਟੀ ਵਾਲਿਆਂ ਨੇ ਸਾਡੇ ਉੱਪਰ ਹਥਿਆਰ ਬਣਾ ਕੇ ਇਹਨੂੰ ਭੇਜਿਆ ਹੈ, ਤੁਸੀਂ ਇਸ ਨੂੰ ਕੁਛ ਨਾ ਕਹੋ, ਬਸ ਡੇਰੇ ਤੋਂ ਬਾਹਰ ਕਰ ਦਿਓ। ਉਸਨੇ ਹਾਰੇ ਹੋਏ ਘੁਲਾਟੀਏ ਵਾਂਗ ਆਪਣਾ ਬਲ ਚੱਲਦਾ ਨਾ ਵੇਖ ਕੇ ਬੇਨਤੀ ਕੀਤੀ, ਮਹਾਰਾਜ, ਮੈਨੂੰ ਤਾਂ ਕਈ ਕੁ ਲੋਕਾਂ ਨੇ ਤੁਹਾਡੀ ਬਦਨਾਮੀ ਕਰਨ ਵਾਸਤੇ ਸਿਖਾ ਕੇ ਭੇਜਿਆ ਸੀ। ਇਉਂ ਉਹਨੇ ਆਪਣੀ ਸਾਰੀ ਵਿਥਿਆ ਦੱਸ ਕੇ ਅਖੀਰ ਨੂੰ ਮਹਾਰਾਜ ਜੀ ਦੇ ਕੋਲੋਂ ਮਾਫੀ ਮੰਗਣੀ ਕੀਤੀ। ਸੋ ਇਸ ਪ੍ਰਕਾਰ ਮਹਾਂਪੁਰਖਾਂ ਨੇ ਆਪਣੀ ਗੁਫਾ ਦੇ ਦੁਆਰੇ ਚਫੇਰੇ ਹੀ ਬਾੜ ਕਰਕੇ ਕੰਡਿਆਂ ਵਾਲੀ ਤਾਰ ਲਗਵਾ ਕੇ ਕੇਵਲ ਇੱਕੋ ਹੀ ਆਉਣ ਜਾਣ ਵਾਲਾ ਰਸਤਾ ਰੱਖਿਆ। ਉਹਨੂੰ ਵੀ ਫਾਟਕ ਲਗਾ ਕੇ ਜਿੰਦਰਾ ਕੁੰਡਾ ਲੱਗਦਾ ਕਰ ਦਿੱਤਾ ਤੇ ਅਸੂਲ ਬਣ ਗਿਆ ਵੀ ਸੇਵਾਦਾਰਾਂ ਦੇ ਪੁੱਛੇ ਤੋਂ ਬਿਨਾਂ ਕੋਈ ਵੀ ਅੰਦਰ ਵੜ ਨਾ ਸਕੇ। ਸਮਾਂ ਪਾ ਕੇ ਤਾਂ ਫਿਰ ਉਹ ਸਾਰਾ ਇੱਕ ਜਿਹੜਾ ਪੱਕਾ ਕੋਟ ਬਣ ਗਿਆ। ਸੋ ਉਸ ਸਮੇਂ ਇਲਾਕੇ ਵਾਸੀ ਸ਼ਰਧਾਲੂ ਪ੍ਰੇਮੀਆਂ ਨੇ ਅਰਜ਼ ਕੀਤੀ, ਗਰੀਬ ਨਵਾਜ਼, ਆਪ ਤਾਂ ਪਹਿਲਾਂ ਵਾਂਗ ਹੀ ਨਿਰਲੇਪ ਤੇ ਅਸੰਗ ਰਹੋ, ਪਰ ਜੇਕਰ ਹਜ਼ੂਰ ਦਾ ਹੁਕਮ ਹੋਵੇ ਅਸੀਂ ਆਪਣੇ ਵੱਲੋਂ ਉਹਨਾਂ ਨੂੰ ਰੋਕਣ ਦਾ ਯਤਨ ਕਰੀਏ ਜਿਹੜੇ ਵਿਰੋਧੀ ਤੁਹਾਡੇ ਵਾਸਤੇ ਇਹੋ ਜਿਹੇ ਹਥਕੰਡੇ ਵਰਤਦੇ ਹਨ। ਕਿਉਂਕਿ ਇੱਕ ਵਾਰ ਫੇਰ ਉਹਨਾਂ ਨੇ ਇੱਕ ਇਹੋ ਜਿਹੀ ਇਸਤਰੀ ਨੂੰ ਸ਼ਰਾਬ ਪਿਲਾ ਕੇ ਮਹਾਂਪੁਰਸ਼ਾਂ ਦੇ ਬਦਨਾਮੀ ਵਾਸਤੇ ਭੇਜਿਆ ਸੀ। ਉਹ ਟਲ ਨਹੀਂ ਸੀ ਰਹੇ। ਤਾਂ ਉਸ ਸਮੇਂ ਮਹਾਂਪੁਰਸ਼ਾਂ ਨੂੰ ਸੇਵਾਦਾਰ ਕਹਿਣ ਲੱਗੇ, ਮਹਾਰਾਜ, ਇਲਾਕੇ ਦੀ ਸੰਗਤ ਕਹਿੰਦੀ ਹੈ ਕਿ ਸਾਨੂੰ ਹੁਕਮ ਕਰੋ, ਅਸੀਂ ਕੋਈ ਯਤਨ ਕਰੀਏ। ਪਰ ਮਹਾਂਪੁਰਖ ਨਿਰਵੈਰ ਦਾਤੇ ਕਹਿਣ ਲੱਗੇ, ਗੁਰਮੁਖੋ, ਅਸੀਂ ਕਿਸੇ ਨੂੰ ਕੁਛ ਨਹੀਂ ਕਹਿਣਾ, ਨਾ ਕੋਈ ਸਾਡੀ ਦ੍ਰਿਸ਼ਟੀ ਵਿੱਚ ਬੈਰੀ ਹੈ। ਸਭ ਪਰਮੇਸ਼ਰ ਦਾ ਆਪਣਾ ਫੈਲਾਇਆ ਹੋਇਆ ਪਸਾਰਾ ਹੈ। ਉਹ ਹੀ ਅਨੇਕਾਂ ਰੂਪ ਧਾਰ ਕੇ ਚੋਜ ਕਰ ਰਿਹਾ ਹੈ। ਇਸ ਵਿਸ਼ਾਲ ਰਚਨਾ ਵਿੱਚ ਮੁੱਢ ਤੋਂ ਹੀ ਇਹ ਦਵੰਦ ਚੱਲਿਆ ਆ ਰਿਹਾ ਹੈ,
पाप ते पुन की लड़ाई, आस्तिक ते नास्तिक दी, गुरमुख ते मनमुख दी, विद्वान ते अनपढ़ दी। हरेक चीज़ का जोड़ा बनाया है, पर जित अखीर नूं सच्चाई वाले दी हुंदी है। हरनाक्ष ने प्रहलाद नूं तसीहे दिते, पर परमेश्वर ने तत्ते थम्मां विचों प्रगट हो के भगत की रखिया की। हंकार दे विच आए रावण ने भरी सभा दे विच भगत भविखण नूं लत मार के उहदा तिरस्कार कीता। भगवान रामचंद्र जी ने रावण नूं मार के भविखण नूं लंकापति बना दिता। सो इस तरह नाल कलयुग के समय दे विच भगत कबीर जी महाराज ते नामदेव जी महाराज वर्गे महापुरखों की परख हुई। पर गुरबाणी कहती है, जिस दै होवै वल सो कदे ना हारदा। जिहदे वल मालक होवे उहनूं कोई हरा नहीं सकता। सो इस तरह नाल संत जी महाराज का जो पवित्र जीवन है, सो ये आप जी सरवण कर रहे हो। इस तो अगली विचार आप आने वाले समय दे विच करांगे। सो आप जी सारे सुनने वाले जगियासू प्रेमियों नूं साडी इहो ही बेनती है कि ब्रह्म ज्ञानी महापुरखों का जो जीवन है, ये जगियासू जनां वास्ते रूहानी मार्ग ते चलण वास्ते बहुत वड्डा प्रेरणा स्रोत हुंदा है। आप जी भी बहुत प्यार दे नाल इस पवित्र जीवन नूं सरवण करो ते होर भी जगियासू जनां तक इस पवित्र जीवन कथा नूं पहुँचाउण दी सेवा करो। महाराज मेहर करन सब दी हाज़री प्रवान होवे। गरीब नवाज सच्चे पातशाह जी अपने दरों घरों वरसाए पूर्ण महापुरखों का जस करन दा सानू इसे तरह सुभाग बख्शदे रहन। वाहिगुरू जी का खालसा, वाहिगुरू जी की फतेह।